ਪੰਜਾਬ ਦੇ ਲੋਕਾਂ ਦੀ ਆਦਤ ਹੈਗੀ ਨਵੇਂ ਐਕਸਪੈਰੀਮੈਂਟ ਕਰਨ ਦੀ, ਕਰਦੇ ਇਹ ਚੁੱਕਦੇ ਵੀ ਤਾਂ ਹੈਗੇ ਆ ਤੇ ਫਿਰ ਮੁੜ ਕੇ ਕਈ ਵਾਰੀ ਪੈਰੀ ਬਹੁਤ ਖਿੱਚਦੇ ਆ। ਸਿਸਟਮ ਨੂੰ ਡਿਸਫੰਕਸ਼ਨਲ ਨਾ ਬਣਾਓ। ਪਾਪੂਲਿਜ਼ਮ ਦੇ ਵਿੱਚ ਆ ਕੇ ਇਹ ਨਾ ਕਹੋ ਵੀ ਅਸੀਂ ਬਹੁਤ ਵੱਡੇ ਰੈਵੋਲੂਸ਼ਨ ਨਹੀਂ ਹੁੰਦੇ, ਇਹ ਕਾਊਂਟਰ ਪ੍ਰੋਡਕਟਿਵ ਬਹੁਤ ਹੁੰਦੇ ਆ। ਸਟ੍ਰਿਕਟ ਹੋ, ਫਰਮ ਹੋ, ਕੰਨ ਤੇ ਲਿਖ ਕੇ ਲਾ ਦਿਓ ਵੀ ਜਿਹੜਾ ਅਸੀਂ ਐਕਸ਼ਨ ਲੈਣ ਜਾ ਰਹੇ ਹਾਂ ਇੱਥੋਂ ਅਸੀਂ ਪਛਾਣ ਨਹੀਂ ਕੱਢਾਂਗੇ। ਕੇਂਦਰ ਚਾਹੂਗਾ ਕਿ ਇਹਨੂੰ ਹੋਰ ਜ਼ਿਆਦਾ ਜਿਹੜਾ ਨਾ ਸਕਰੂ ਟਾਈਟ ਕੀਤੇ ਜਾਣ। ਕੀ ਉਹ ਕੇਜਰੀਵਾਲ ਨੂੰ ਉਲੰਘ ਕੇ ਖੇਤਰੀ ਪਾਰਟੀਆਂ ਜਾਂ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸੰਵਾਦ ਵਿੱਚ ਜਾ ਸਕਦਾ? ਉਹਨੇ ਹੁਣ ਸੁਪਰੀਮੋ ਨੂੰ ਖੁਸ਼ ਕਰਨਾ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨਾ? ਇੱਕ ਨਿਊਟਨ ਦਾ ਤੀਸਰਾ ਲਾ ਹੈਗਾ ਵਾ ਕਿ ਜਿੰਨਾ ਵੱਡਾ ਐਕਸ਼ਨ ਹੋਊਗਾ ਕਈ ਵਾਰੀ ਰਿਐਕਸ਼ਨ ਉਸੇ ਤਰੀਕੇ ਨਾਲ ਆ ਜਾਂਦਾ। ਉਹਨਾਂ ਦੇ ਅੱਗੇ ਥੋੜਾ ਜਿਹਾ ਆਪਣਾ ਦਮ ਦਿਖਾਉਂਦਾ ਹੈ ਤਾਂ ਫਿਰ ਵੀ ਉਹਦੀ ਕੁਰਸੀ ਕਾਇਮ ਰਹੂਗੀ। ਕੁਰਸੀ 92 ਆ ਨਾ, ਕਿੰਨੇ ਲੋਕ ਚਲ ਜਾਣਗੇ? ਮਾਨ ਦੀ ਕੁਰਸੀ ਜਿਹੜੀ ਆ 5 ਸਾਲ ਤੱਕ ਪੱਕੀ ਆ। ਮੈਨੂੰ ਲੱਗਦਾ ਕਿ ਜੋ ਨਵਜੋਤ ਸਿੰਘ ਸਿੱਧੂ ਕਰ ਰਹੇ ਆ ਠੀਕ ਆ, ਉਹਨਾਂ ਨੇ ਪੋਲੀਟੀਕਲ ਸਰਵਾਈਵਲ ਕਰਨਾ, ਪਰ ਇਹਨਾਂ ਗੱਲਾਂ ਦਾ ਲੋਕਾਂ ਤੇ ਕੋਈ ਅਸਰ ਨਹੀਂ ਆ। ਕਿਉਂਕਿ ਸਿੱਧੂ ਸਾਹਿਬ ਤੁਹਾਡੇ ਕੋਲ ਸਥਾਨਕ ਸਰਕਾਰਾਂ ਲੈ ਕੇ ਬਿਜਲੀ ਮੰਤਰਾਲਾ ਤੁਹਾਨੂੰ ਦਿੱਤਾ। ਇਸ ਮਾਮਲੇ 'ਚ ਭਗਵੰਤ ਮਾਨ ਅਜੇ ਕਿਸੇ ਕਟਹਿਰੇ 'ਚ ਨਹੀਂ ਆਉਣ ਵਾਲਾ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਸੇਖੋਂ ਸਾਹਿਬ ਵੈਲਕਮ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਸਾਡੇ ਕੋਲ 5 ਮੁੱਦੇ ਨੇ ਜੀ। ਮਾਈਨਿੰਗ ਦੇ ਉੱਤੇ ਹੈਲਪਲਾਈਨ ਆ ਗਈ, ਮਤਲਬ ਸਕੰਜਾ ਕੱਸਿਆ ਜਾ ਰਿਹਾ। ਕ੍ਰਿਸ਼ਨ ਕੁਮਾਰ ਦਾ ਥੋੜਾ ਜਿਹਾ ਦਬਦਬਾ ਨਜ਼ਰ ਆਉਂਦਾ ਹੈ। ਨਜਾਇਜ਼ ਕਲੋਨੀਆਂ ਦੇ ਉੱਤੇ ਈਟੀਓ ਸਾਹਿਬ ਹਰਭਜਨ ਸਿੰਘ ਈਟੀਓ ਕਹਿੰਦੇ ਵੀ ਹੁਣ ਮੀਟਰ ਚੈੱਕ ਕਰਾ ਰਹੇ ਆ ਜਿਹੜੇ ਪਿੱਛੇ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਰੈਗੂਲਰਾਈਜ਼ ਕਰਾ ਲਈਆਂ। ਅੱਛਾ, ਰਾਜਪੁਰੇ 'ਚ ਸਿੱਧੂ ਹਮਲਾਵਰ ਸੀ ਔਰ ਅਕਾਲੀਆਂ ਦੇ ਚੁੱਪ ਦੇ ਅਰਥ ਵੀ ਡਿਸਕਸ ਕਰਾਂਗੇ, ਪਰ ਮੇਰੇ ਲਈ ਸਭ ਤੋਂ ਦਿਲਚਸਪ ਤੇ ਅਹਿਮ ਆ, ਮੈਨੂੰ ਤੁਹਾਡੀ 3 ਦਿਨ ਪਹਿਲਾਂ ਦੀ ਉਹ ਟਿੱਪਣੀ ਯਾਦ ਹੈ ਜਿਹੜੀ ਅੱਗੇ ਜਾ ਕੇ ਜਿਹਦਾ ਜ਼ਿਕਰ ਕਰਾਂਗੇ। ਭਗਵੰਤ ਮਾਨ ਹੋਣ ਦਿੱਲੀ ਦੇ ਵਿੱਚ ਉਹਨਾਂ ਦੇ ਸੁਪਰੀਮੋ ਸੀ ਜਿਨ੍ਹਾਂ ਵੱਲੋਂ ਬੜੀ ਦੇਰ ਵੇਖਦੇ ਰਹੇ ਕਿ ਪੰਜਾਬ ਦੀ ਵਾਗਡੋਰ ਲਈ ਮੇਰਾ ਚਿਹਰਾ ਅਨਾਉਂਸ ਕਰ ਦਿਓ। ਅੱਜ ਹਾਲਾਤ ਬਦਲ ਗਏ ਜਾਂ ਕੀ ਹੋਇਆ? ਅੱਜ ਕੇਜਰੀਵਾਲ ਭਗਵੰਤ ਮਾਨ ਨੂੰ ਐਸਕੌਰਟ ਕਰ ਰਹੇ ਸੀ ਔਰ ਆਮ ਤੌਰ ਤੇ ਇੰਜ ਹੁੰਦਾ ਵੀ ਜਦੋਂ ਕਿਸੇ ਸੂਬੇ 'ਚ ਪ੍ਰਧਾਨ ਮੰਤਰੀ ਆਵੇ ਤੇ ਉਹਨੂੰ ਮੁੱਖ ਮੰਤਰੀ ਇਦਾਂ ਟਰੀਟ ਕਰਦੇ ਹੁੰਦੇ। ਇਹ ਹੌਸਪਿਟੈਲਿਟੀ ਮੈਨੂੰ ਲੱਗਦਾ ਭਗਵੰਤ ਮਾਨ ਕਿਸਮਤ ਵਾਲੇ ਆ ਕਿ ਕੇਜਰੀਵਾਲ ਸਾਹਿਬ ਨੇ ਆਪਣੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਅੱਜ ਤੱਕ ਇਸ ਤਰ੍ਹਾਂ ਦਾ ਸ਼ਾਇਦ ਟਰੀਟ ਨਹੀਂ ਕੀਤਾ ਹੋਊਗਾ, ਟਰੀਟਮੈਂਟ ਨਹੀਂ ਦਿੱਤਾ। ਇਹਦੇ ਅਰਥ ਕੱਢਿਓ, ਮੈਨੂੰ ਪਤਾ ਤੁਹਾਡੇ ਅੰਦਰ ਕੋਈ ਚੱਲਦਾ ਹੋਣਾ। ਨਹੀਂ, ਮੈਂ ਤਾਂ ਆਪ ਦੇਖੋ ਜਿੱਦਾਂ ਤੁਸੀਂ ਗੱਲ ਕੀਤੀ, ਆਪਾਂ 3 ਦਿਨ ਪਹਿਲਾਂ ਗੱਲ ਕਰ ਚੁੱਕੇ ਸੀ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੇ ਭਗਵੰਤ ਮਾਨ ਦੇ ਹੱਥ ਜਿਹੜੇ ਆ ਬਹੁਤ ਤਗੜੇ ਕੀਤੇ ਆ, ਉਸੇ ਜਿਸ ਦਿਨ ਤੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਆ ਉਹਨਾਂ ਦਾ ਕੱਦ ਜਿਹੜਾ ਹੈਗਾ ਉਹ ਬਹੁਤ ਉੱਚਾ ਹੋ ਗਿਆ ਜੀ। ਤੇ ਇਸ ਕਹਿਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੈਗਾ ਵੀ ਇਹਨਾਂ ਦੇ ਇਸ ਵੇਲੇ ਇਸ ਕੱਦ ਦਾ ਬਰਾਬਰ ਦਾ ਬੰਦਾ ਆਮ ਆਦਮੀ ਪਾਰਟੀ 'ਚ ਹੋਰ ਕੋਈ ਨਹੀਂ ਹੈਗਾ ਜੀ। ਦੂਸਰੀ ਗੱਲ ਇਹ ਹੈਗੀ ਆ ਕਿ ਇਸ ਵੇਲੇ ਦਿੱਲੀ ਦੀ ਸਰਕਾਰ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਦੀ ਜ਼ਿਆਦਾ ਲੋੜ ਹੈ। ਤੋ ਇਸ ਕਰਕੇ ਜਿਹਦੀ ਜ਼ਿਆਦਾ ਲੋੜ ਹੁੰਦੀ ਆ ਉਹਦੀ ਆਓ ਭਗਤ ਵੀ ਜ਼ਿਆਦਾ ਹੁੰਦੀ, ਕਿਉਂਕਿ ਇਸ ਵੇਲੇ ਜੋ ਆਮ ਆਦਮੀ ਪਾਰਟੀ ਦੀ ਅੱਗੇ ਵਧਣ ਦਾ ਜੋ ਦਾਰੋਮਦਾਰ ਹੈ ਉਹ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਦੀ ਜਿਹੜੀ ਇਹ ਸਰਕਾਰ ਹੈ ਜਾਂ ਭਗਵੰਤ ਮਾਨ ਹੈ ਉਹਨਾਂ ਦੇ ਮੋਢਿਆਂ ਦੇ ਉੱਤੇ ਹੈ। ਤੁਸੀਂ ਦੇਖਿਆ ਕਿ ਪਿਛਲੇ ਸਮੇਂ ਜਿੱਥੇ ਵੀ ਕੇਜਰੀਵਾਲ ਸਾਹਿਬ ਜਾਂਦੇ ਆ, ਚਾਹੇ ਗੁਜਰਾਤ ਦੇ ਵਿੱਚ ਗਏ ਆ, ਚਾਹੇ ਇੱਥੇ ਆਪਣੇ ਹਿਮਾਚਲ ਦੇ ਵਿੱਚ ਗਏ ਆ, ਜਾਂ ਜਿੱਥੇ ਹੋਰ ਵੀ ਕਿਤੇ ਗਾਂਹ ਜਾਣਗੇ ਤੇ ਉਹ ਭਗਵੰਤ ਮਾਨ ਨੂੰ ਨਾਲ ਲੈ ਕੇ ਜਾਣਗੇ। ਉਹ ਦੱਸਣਗੇ ਕਿ ਦੇਖੋ ਭਈ ਇੱਕ ਐਜ਼ ਏ ਸਿੰਬਲ ਦੇ ਤੌਰ ਦੇ ਉੱਤੇ। ਪਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਐਜ਼ ਏ ਸਿੰਬਲ ਦੇ ਤੌਰ ਦੇ ਉੱਤੇ ਨਹੀਂ ਵਿਚਰਨਗੇ। ਉਹ ਕਿਉਂਕਿ ਇੱਕ ਮੰਝੇ ਹੋਏ ਜਿਹੜੇ ਹੈਗੇ ਆ, ਰਾਜਨੀਤੀਵਾਨ ਵੀ ਕਹਿ ਸਕਦੇ ਆ, ਜਾਂ ਜਿਨ੍ਹਾਂ ਨੇ ਗਰਾਊਂਡ ਲੈਵਲ ਦੀਆਂ ਜਿਹੜੀਆਂ ਸਮੱਸਿਆ ਨੂੰ ਜਿਸ ਤਰੀਕੇ ਨਾਲ ਵਿਖਿਆਨ ਕੀਤਾ, ਮੈਨੂੰ ਲੱਗਦਾ ਵੀ ਉਹ ਤਾਂ ਜਿਹੜੀ ਰੀਅਲ ਪੋਲਿਟਿਕ ਹੁੰਦੀ ਆ, ਰਾਜਨੀਤੀ 2 ਕਿਸਮ ਦੀ ਹੁੰਦੀ ਆ। ਜਿਹੜਾ ਅਸਲੀ ਰਾਜਨੇਤਾ ਹੈ ਜਿਹੜਾ ਗਰਾਊਂਡ ਦੇ ਨਾਲ ਜੁੜਿਆ ਹੈ ਜਾਂ ਜਿਹੜਾ ਇਹਨਾਂ ਹਾਲਾਤਾਂ 'ਚੋਂ ਨਿਕਲ ਕੇ ਆ, ਕਿਉਂਕਿ ਦੇਖੋ ਨਾ 8 ਸਾਲ ਉਹ ਜਿਹੜੇ ਹੈਗੇ ਆ ਉਹ ਜਿਹੜੇ ਪੰਜਾਬ ਦੇ ਰਿਪਰੈਜ਼ੈਂਟ ਕੀਤਾ ਪਾਰਲੀਮੈਂਟ 'ਚ, ਔਰ ਉਹਨਾਂ ਹਾਲਾਤਾਂ 'ਚ ਜਿੱਤ ਕੇ ਆਏ ਆ ਕਿ ਜਦੋਂ ਖਾਸ ਕਰਕੇ ਸੈਕੰਡ ਟਾਈਮ ਦੇ ਵਿੱਚ ਕਿ ਜਦੋਂ ਸਾਰੀ ਕਿਸੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਦੇਸ਼ ਦੇ ਵਿੱਚ ਕੋਈ ਚੁਣਿਆ ਹੋਇਆ ਹੋਰ ਨੁਮਾਇੰਦਾ ਨਹੀਂ ਸੀ। ਪੰਜਾਬ 'ਚ ਜ਼ਮਾਨਤਾਂ ਜ਼ਬਤ ਹੋ ਗਈਆਂ, ਪੰਜਾਬ ਦੇ ਵਿੱਚ ਹੀ ਜ਼ਮਾਨਤਾਂ ਜ਼ਬਤ ਹੋ ਗਈਆਂ। ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਭਗਵੰਤ ਮਾਨ ਦਾ ਜਿਹੜਾ ਕੱਦ ਹੈਗਾ ਵਾ ਉਹ ਬਹੁਤ ਵੱਡਾ ਕੱਦ ਹੈ ਪਾਰਟੀ ਦੇ ਵਿੱਚ। ਔਰ ਉਹਨਾਂ ਨੂੰ ਜਿੱਦਾਂ ਤੁਸੀਂ ਕਹਿੰਦੇ ਵੀ ਠੀਕ ਆ, ਇੱਕ ਤਾਂ ਇਹ ਸੀ ਵੀ ਨਾ ਏਜੰਡਾ ਦਿੱਤਾ ਸੀਗਾ ਕਿਉਂਕਿ ਜਿਹੜੇ ਦਿੱਲੀ ਦੇ ਸਕੂਲ ਜਿਹੜੇ ਹੈਗੇ ਆ ਜਾਂ ਜਿਹੜੇ ਉੱਥੋਂ ਦੇ ਹਸਪੀਟਲਸ ਹੈਗੇ ਆ ਉਹਨਾਂ ਦੀ ਜਿਹੜੀ ਫੰਕਸ਼ਨਿੰਗ ਆ ਪਹਿਲੇ ਸਮੇਂ ਦੇ ਵਿੱਚ ਇੰਪਰੂਵ ਹੋਈ ਆ, ਤੇ ਭਗਵੰਤ ਮਾਨ ਜੀ ਦਾ ਉੱਥੇ ਜਾਣਾ। ਪਰ ਇਹਦੇ ਨਾਲ ਨਾਲ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਆਪਾਂ ਕੋਈ ਮਾਡਲ ਲੈ ਕੇ ਆਉਂਦੇ ਆ ਉਹ ਮਾਡਲ ਕਈ ਵਾਰੀ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ ਜਦੋਂ ਉਸ ਮਾਡਲ ਨੂੰ ਲਾਗੂ ਕਰਨ ਵਾਲੇ ਸਲਾਹਕਾਰ ਵੀ ਬਾਹਰਲੇ ਪਾਸੋਂ ਆ ਜਾਂਦੇ ਆ।
ਇਹ ਸਾਡੇ ਨਾਲ ਵੀ ਹੋਇਆ ਸੀ, ਅਸੀਂ ਸੋਵੀਅਤ ਮਾਡਲ ਨੂੰ ਅਡਾਪਟ ਕੀਤਾ, ਜਾਂ ਹੋਰ ਬਹੁਤ ਸਾਰੇ ਦੇਸ਼ਾਂ ਨੇ ਵੀ ਕੀਤਾ ਸੀਗਾ, ਜਾਂ ਪਾਕਿਸਤਾਨ ਨੇ ਜਿਹੜਾ ਅਮਰੀਕਨ ਮਾਡਲ ਦੀ ਗੱਲ ਕੀਤੀ ਸੀਗੀ। ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਸਮੇਂ ਜਿਹੜੀ ਗੱਲ ਕੀਤੀ ਆ ਕਿ ਭਗਵੰਤ ਮਾਨ ਜਿਹੜੇ ਇਸ ਵੇਲੇ ਬਹੁਤ ਵੱਡੇ ਨੇਤਾ ਦੇ ਤੌਰ ਤੇ ਉੱਭਰੇ ਆ, ਪਰ ਨਾਲ ਨਾਲ ਇਹ ਗੱਲ ਇਹ ਵੀ ਹੈਗੀ ਆ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਔਰ ਵੋਟਾਂ ਪਾਉਣਾ ਤੇ ਲਗਾਤਾਰ ਹਮਾਇਤ ਦੇਣੀ, ਕਿਉਂਕਿ ਇਹ ਦੋ ਵੱਖਰੀਆਂ ਵੋਟਾਂ ਪਾ ਕੇ ਤੇ ਉਹ ਬਹੁਤ ਵੱਡੇ ਲੀਡਰ ਬਣ ਗਏ, ਪਰ ਇਹ ਜਿਹੜੇ ਲੀਡਰ ਬਣੇ ਆ ਇਹਨੂੰ ਬਣੇ ਰਹਿਣ ਦੇਣਾ, ਸਾਬਤ ਕਰਨਾ, ਉਹ ਲੋਕਾਂ ਤੇ ਨਿਰਭਰ ਕਰਦਾ ਕਿ ਪੰਜਾਬ ਦੇ ਲੋਕ ਦਿੱਲੀ ਸਰਕਾਰ ਦਾ ਜਾਂ ਕੇਜਰੀਵਾਲ ਸਾਹਿਬ ਦਾ ਜਿਹੜਾ ਪੰਜਾਬ ਪ੍ਰਤੀ ਜੋ ਰਿਸਪੌਂਸ ਹੋਊਗਾ ਉਹਨੂੰ ਕਿਸ ਹੱਦ ਤੱਕ ਐਕਸੈਪਟ ਕਰਦੇ ਆ। ਮੈਨੂੰ ਹੁਣ ਇਹ ਦੱਸੋ, ਤੁਸੀਂ ਗੱਲ ਦਿਲਚਸਪ ਮੋੜ ਤੇ ਲਏ ਹੋ। ਆਮ ਤੌਰ ਤੇ ਪਿਛਲੇ ਦਿਨਾਂ 'ਚ ਇਹ ਦੋਸ਼ ਲੱਗਿਆ ਕਿ ਦਿੱਲੀ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਖਲ ਦੇ ਰਹੀ ਆ, ਭਗਵੰਤ ਮਾਨ ਨਾਲੋਂ ਫੈਸਲੇ ਬਾਹਰੋਂ ਹੋ ਰਹੇ ਆ, ਇਹ ਮੋਟਾ ਪ੍ਰਭਾਵ ਖਬਰਾਂ 'ਚ ਸਿਰਜਿਆ ਗਿਆ। ਦੂਜੇ ਬੰਨੇ ਜਦੋਂ ਪੰਜਾਬ ਦੇ ਅਫਸਰ ਕੇਜਰੀਵਾਲ ਸਾਹਿਬ ਨੂੰ ਮਿਲੇ ਤੇ ਉਸ ਤੋਂ ਪਹਿਲਾਂ ਉੱਥੋਂ ਦੇ ਅਫਸਰਾਂ ਨੂੰ ਵੀ ਮਿਲੇ, ਇਹਦਾ ਵੀ ਰੌਲਾ ਪਿਆ, ਔਰ ਫਿਰ ਇੱਥੇ ਕੁਝ ਦਿੱਲੀ ਦੇ ਲੋਕਾਂ ਵੱਲੋਂ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਪੰਜਾਬ 'ਚ ਪ੍ਰਸ਼ਾਸਨਿਕ ਫੇਰ ਬਦਲ 'ਚ ਦਖਲ ਦੀਆਂ ਗੱਲਾਂ ਵੀ ਹੋਈਆਂ। ਅੱਜ ਵਾਲੀ ਗੇੜੀ ਤੇ ਅੱਜ ਵਾਲੀ ਫੇਰੀ ਤੋਂ ਬਾਅਦ ਤੇ ਅੱਜ ਵਾਲੀ ਜਿਹੜੀ ਹਸਪਿਟੈਲਿਟੀ ਹੈ, ਇਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਦਾ ਪੰਜਾਬ ਦੇ ਸੱਤਾ ਦੇ ਵਿੱਚ ਜਿਹੜਾ ਇੱਕ ਭੂਮਿਕਾ ਹੈ ਉਹ ਵੱਡੀ ਹੋ ਜਾਊਗੀ? ਹੌਲੀ ਹੌਲੀ ਭਗਵੰਤ ਮਾਨ ਹਰ ਫੈਸਲਾ ਖੁਦ ਕਰਨਗੇ, ਹਾਲਾਂਕਿ ਕਈ ਫੈਸਲੇ ਜਦੋਂ ਵਾਪਸ ਵੀ ਲਏ ਜਾਂਦੇ ਆ ਕਰਕੇ, ਜਿੱਦਾਂ ਉਹ ਰੇੜਿਆਂ ਵਾਲਾ ਫੈਸਲਾ ਸੀਗਾ, ਇਹਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ। ਕਈ ਤਾਂ ਕਹਿੰਦੇ ਜੀ ਉਹ ਦਿੱਲੀ ਵਾਲਿਆਂ ਦੇ ਪ੍ਰਭਾਵ ਥੱਲੇ ਮੰਤਰੀ ਜਾਂ ਅਫਸਰਾਂ ਨੇ ਕਰ ਦਿੱਤਾ ਸੀ, ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ। ਤੁਹਾਨੂੰ ਲੱਗਦਾ ਇਸ ਗੇੜੀ ਤੋਂ ਬਾਅਦ ਭਗਵੰਤ ਮਾਨ ਦਾ ਆਜ਼ਾਦਾਨਾ ਸਰੂਪ ਸਾਨੂੰ ਜ਼ਿਆਦਾ ਪੁਖਤਗੀ ਨਾਲ ਮਿਲੂਗਾ ਦੇਖਣ ਨੂੰ? ਮੈਨੂੰ ਲੱਗਦਾ ਨਹੀਂ ਹੈ। ਮੈਂ ਕਹਿੰਦਾ ਵੀ ਠੀਕ ਹੈ, ਤੁਸੀਂ ਮਾਡਲ ਲੈ ਆਓ ਕਿ ਪੰਜਾਬ ਦੇ ਵਿੱਚ ਸਿੱਖਿਆ ਸ਼ਾਸਤਰੀ ਹੈ ਨਹੀਂ ਗੇ, ਤੁਹਾਡੇ ਕੋਲ ਇੱਥੇ ਵਾਈਸ ਚਾਂਸਲਰ ਵੀ ਹੈਗੇ ਆ, ਤੁਹਾਡੇ ਕੋਲ ਐਕਸਪਰਟਸ ਵੀ ਹੈਗੇ ਆ, ਜਿਹੜੇ ਪੰਜਾਬ ਦੇ ਸਕੂਲਾਂ ਦੀ ਜਾਂ ਵਿੱਦਿਆ ਦਾ ਜਿਹੜਾ ਤੰਤਰ ਹੈਗਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਜਾਣ ਸਕਦੇ ਆ। ਜਾਂ ਇਹ ਤਾਂ ਨਹੀਂ ਕਿਤੇ ਕਿ ਕੇਜਰੀਵਾਲ ਸਾਹਿਬ ਦਾ ਜਿਹੜਾ ਉਹ ਏਜੰਡਾ ਹੈ ਕਿ ਮੈਂ ਸਾਰੇ ਦੇਸ਼ 'ਚ ਇਹ ਦੱਸ ਸਕਾਂ ਕਿ ਦੇਖੋ ਜਿਹੜੀ ਵਿੱਦਿਆ ਜਾਂ ਜਿਹੜੀ ਸਿਹਤ ਸਹੂਲਤਾਂ ਮੈਂ ਇੱਥੇ ਜਿਹੜੀਆਂ ਪੈਦਾ ਕੀਤੀਆਂ ਵਾ ਉਹਨੂੰ ਪੰਜਾਬ ਨੇ ਅਡਾਪਟ ਕਰਤਾ। ਕਿਉਂਕਿ ਅੱਜ ਕੱਲ੍ਹ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਲੜਾਈ ਹੈਗੀ ਉਹ ਪਰਸੈਪਸ਼ਨਸ ਦੀ ਹੈਗੀ ਆ। ਉਹ ਤੁਹਾਡੀ ਜਿਹੜੀ ਉਹਨੂੰ ਪ੍ਰੋਪੋਗੰਡਾ ਕਹਿ ਲਓ, ਉਹਨੂੰ ਤੁਸੀਂ ਪਰਸੈਪਸ਼ਨ ਕਹਿ ਲਓ, ਕਿ ਉਹਦੇ ਵਿੱਚ ਤੁਸੀਂ ਕੋਈ ਨਾ ਕੋਈ ਇੱਕ ਸੈਂਟਰਲ ਪੁਆਇੰਟ ਬਣਾ ਲੈਂਦੇ ਜੋ ਕਿ ਅਸੀਂ ਆਹ ਕੰਮ ਬਹੁਤ ਵਧੀਆ ਕਰ ਰਹੇ। ਇਹ ਗੱਲ ਠੀਕ ਆ ਕਿ ਇਸ ਵੇਲੇ ਹਰ ਵਿਅਕਤੀ ਦੀ ਇਹ ਬਹੁਤ ਪੋਜ਼ੀਟਿਵ ਗੱਲ ਵੀ ਹੈਗੀ ਆ ਕਿ ਦੇਸ਼ ਦੇ ਵਿੱਚ ਪਹਿਲੀ ਵਾਰੀ 17-75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਚੰਗੀ ਸਿਹਤ ਦੇਣਾ ਚਾਹੁੰਦਾ ਹੈ। ਔਰ ਇਹ ਅੱਜ ਕੱਲ੍ਹ ਏਜੰਡਾ ਜਿਹੜਾ ਵਾ ਲੋਕਾਂ ਦੇ ਵੋਟ ਪਾਉਣ ਦੇ ਸੁਭਾਅ ਦੇ ਉੱਤੋਂ ਵੀ ਜਿਹੜਾ ਹੈਗਾ ਉਹ ਸਾਨੂੰ ਪ੍ਰਤੀਤ ਹੁੰਦਾ ਹੈ। ਮੈਂ ਤੁਹਾਡੇ ਜੇ ਸ਼ਬਦਾਂ ਨੂੰ ਇਵੇਂ ਸਮਝ ਲਵਾਂ ਕਿ ਕੇਜਰੀਵਾਲ ਭਾਵੇਂ ਪੋਲਾਈਟ ਵੇ ਨਾਲ ਭਾਵੇਂ ਕਿਸੇ ਹੋਰ ਤਰੀਕੇ ਨਾਲ ਉਹ ਦੇਸ਼ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਮਾਡਲ ਮੇਰਾ ਹੈ, ਮੈਂ ਹੀ ਪ੍ਰਮੁੱਖ ਹਾਂ ਤੇ ਮੇਰੇ ਅਨੁਸਾਰ ਹੀ ਇਹ ਚੀਜ਼ਾਂ ਹੋ ਰਹੀਆਂ ਨੇ। ਔਰ ਹਿਮਾਚਲ ਨੂੰ, ਗੁਜਰਾਤ ਨੂੰ, ਹਰਿਆਣੇ ਨੂੰ ਇਹ ਸੁਨੇਹਾ ਕਿ ਕੇਜਰੀਵਾਲ ਮਾਡਲ ਤੇ ਕੇਜਰੀਵਾਲ ਦਾ ਤਰੀਕਾ ਸਭ ਤੋਂ ਸੁਪਰੀਮ ਹੈ, ਪੰਜਾਬ ਦੇ ਥਾਂ ਨਹੀਂ ਦਿਖਾਇਆ ਜਾਣਾ। ਤੇ ਭਾਵੇਂ ਭਗਵੰਤ ਮਾਨ ਨੂੰ ਇਹਦੇ ਲਈ ਪਿਆਰ ਮੁਹੱਬਤ ਕਰਨਾ ਪਵੇ ਜਾਂ ਉਹਨਾਂ ਨੂੰ ਬਾਹ ਮਰੋੜਨੀ ਪਵੇ, ਉਹ ਕਰਨਗੇ। ਤੁਹਾਨੂੰ ਲੱਗਦਾ ਇੰਜ? ਨਹੀਂ, ਮੈਂ ਹੋਰ ਲੱਗਦਾ ਵੀ ਠੀਕ ਹੈ। ਇਸ ਵੇਲੇ ਗੱਲ ਹੈਗੀ ਆ ਵੀ ਸਾਡੇ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ ਇਸ ਵੇਲੇ। ਜੋ ਮਨੁੱਖ ਦੀਆਂ ਸਭ ਤੋਂ ਵੱਡੀਆਂ ਲੋੜਾਂ ਹੈਗੀਆਂ ਵਾ ਉਹ ਇਹ ਲੋੜਾਂ ਹੈ। ਪਿਛਲੇ ਸਮੇਂ 'ਚ ਲੱਗਾ ਵਾ ਉਹ ਕਾਫੀ ਹੱਦ ਤੱਕ ਠੀਕ ਵੀ ਹੋਇਆ ਕਿ ਉਹਨਾਂ ਨੇ ਕੁਝ ਉੱਥੇ ਜਿਹੜੀ ਵਿੱਦਿਆ ਦੇ ਵਿੱਚ ਸੁਧਾਰ ਲਿਆਂਦਾ ਵਾ, ਉਹਨਾਂ ਨੇ ਮੁਹੱਲਾ ਕਲੀਨਿਕ ਦੇ ਵਿੱਚ ਸੁਧਾਰ ਲਿਆਂਦਾ। ਪਰ ਸਾਡੇ ਪੰਜਾਬ ਦੇ ਵਿੱਚ ਆਲਰੇਡੀ ਖਾਸ ਕਰਕੇ ਜਿਹੜੇ ਕਲੀਨਿਕ ਹੈਗੇ ਆ, ਪ੍ਰਾਇਮਰੀ ਹੈਲਥ ਸੈਂਟਰ ਸੀਗੀਆਂ, ਵਿਲੇਜ ਡਿਸਪੈਂਸਰੀਆਂ ਆਲਰੇਡੀ ਹੈਗੀਆਂ ਸੀ, ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਆਲਮੋਸਟ ਉਹਨਾਂ ਦਾ ਪੱਠਾ ਬਿਠਾਲ ਕੇ ਰੱਖ ਦਿੱਤਾ। ਸੁਧਾਰਨ ਦੀ ਉਹਨੂੰ ਲੋੜ ਹੈਗੀ ਆ ਕਿ ਉਹਨੂੰ ਅਸੀਂ ਕਿੱਦਾਂ ਰਿਵਾਈਵ ਕਰ ਸਕਦੇ। ਕੀ ਪੰਜਾਬ ਦੇ ਲੋਕ, ਮੈਂ ਤਾਂ ਹੋਰ ਗੱਲ ਇਹ ਤੋਂ ਵੱਡਾ ਸਵਾਲ ਕਰਨਾ ਚਾਹੁੰਦਾ ਕਿ ਕੀ ਪੰਜਾਬ ਦੇ ਲੋਕ ਇਹ ਠੱਪਾ ਲਵਾਉਣ ਨੂੰ ਤਿਆਰ ਹੈਗੇ ਆ ਵੀ ਜਿਹੜੀਆਂ ਸਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਵਾ ਉਹਦਾ ਮਾਡਲ ਦਿੱਲੀ ਤੋਂ ਆਇਆ ਵਾ? ਮੇਰੇ ਖਿਆਲ ਇਹ ਜਿਹੜੀ ਅੱਜ ਕੱਲ੍ਹ ਦੀ ਮੌਜੂਦਾ ਜਿਹੜੀ ਰਾਜਨੀਤਿਕ ਜਿਹੜੀ ਹੈਗੀ ਖਾਸ ਕਰਕੇ ਪਾਰਟੀ ਹੈਗੀ, ਇਹਨੂੰ ਸਮਝਣ ਦੀ ਲੋੜ ਹੈ ਸਾਈਕੋਲੋਜੀਕਲ ਲੈਵਲ ਦੇ ਉੱਤੇ। ਕਿਉਂਕਿ ਆਮ ਤੌਰ ਤੇ ਲੋਕਾਂ ਦੇ ਸੁਭਾਅ ਦੇ ਵਿੱਚ ਦਿੱਲੀ ਦਰਬਾਰ ਦਾ ਕੋਈ ਵੀ ਜਿਹੜਾ ਫਰਮਾਨ ਹੁੰਦਾ ਜਾਂ ਕੋਈ ਵੀ ਜਿਹੜਾ ਮਾਡਲ ਹੁੰਦਾ ਉਹ ਮੋਟੇ ਤੌਰ ਤੇ ਥੋੜੇ ਸਮੇਂ ਲਈ ਤਾਂ ਲੋਕੀ ਐਕਸੈਪਟ ਕਰਦੇ ਆ, ਪਰ ਲੰਮੇ ਸਮੇਂ ਲਈ ਉਹਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦਾ। ਹਾਂ, ਇਹ ਠੀਕ ਆ ਕਿ ਤੁਸੀਂ ਇਹ ਦੱਸਣਾ ਚਾਹੁੰਦੇ। ਇਹ ਮੈਂ ਫਿਰ ਉਹ ਗੱਲ ਕਹੂੰਗਾ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਦਿੱਲੀ ਵਰਗੀ ਇੱਥੇ ਐਜੂਕੇਸ਼ਨ ਦੇਵਾਂਗੇ, ਹੈਲਥ ਦੇਵਾਂਗੇ। ਉੱਥੇ ਜਾ ਕੇ ਉਹ ਦੇਖ ਰਹੇ ਆ ਕਿ ਉਹ ਪਿਛਲੇ 8 ਸਾਲਾਂ 'ਚ ਉਹਨਾਂ ਨੇ ਚੀਜ਼ਾਂ ਨਹੀਂ ਸੀ ਦੇਖੀਆਂ। ਇੱਕ ਫਾਰਮੈਲਿਟੀ ਦੇ ਤੌਰ ਦੇ ਉੱਤੇ ਹੈਗਾ ਕਿ ਜਾਂ ਰੀਅਲ ਕਿੰਨੇ ਪੰਜਾਬ ਦੇ ਸਿੱਖਿਆ ਸ਼ਾਸਤਰੀ ਉਹਨਾਂ ਦੇ ਨਾਲ ਗਏ ਆ।
ਕਿਉਂਕਿ ਇਹ ਕੰਮ ਪੋਲੀਟੀਕਲ ਲੀਡਰਾਂ ਨੇ ਨਹੀਂ ਕਰਨਾ, ਇਹ ਬਿਊਰੋਕ੍ਰੇਸੀ ਦੀ ਲੋੜ ਹੁੰਦੀ ਆ, ਪੋਲੀਟੀਕਲ ਲੀਡਰਾਂ ਦੀ ਬੈਕ ਚਾਹੀਦੀ ਆ। ਮੈਨੂੰ ਤਾਂ ਲੱਗਦਾ ਵੀ ਕਿੰਨੇ ਐਕਸਪਰਟ ਹੁੰਦੇ ਜੇ ਭਗਵੰਤ ਮਾਨ ਜੀ ਇਹ ਦੱਸ ਦੇਣ ਕਿ ਇਹਦੇ ਨਾਲ ਇਹਨੇ, ਮੈਂ ਜਿਹੜੇ ਐਜੂਕੇਸ਼ਨ ਦੇ ਨਾਲ ਐਕਸਪਰਟ ਲੈ ਕੇ ਗਿਆ ਪੰਜਾਬ ਦੇ, ਜਿਹੜੇ ਪੰਜਾਬ ਨਾਲ ਜੁੜੇ ਆ, ਜਿਹੜੇ ਕਿਸੇ ਪਾਰਟੀ ਨਾਲ ਨਹੀਂ ਜੁੜੇ, ਜਾਂ ਉਹ 'ਚ ਕੋਈ ਵਾਈਸ ਚਾਂਸਲਰ ਹੋ ਸਕਦੇ ਆ, ਜਾਂ ਉਹਦੇ ਵਿੱਚ ਹੋਰ ਸਿੱਖਿਆ ਸ਼ਾਸਤਰੀ ਹੋ ਸਕਦੇ ਸਾਡੇ, ਜਿਨ੍ਹਾਂ ਨੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਸਾਡੇ ਕੋਲ ਸਿਹਤ ਨਾਲ ਜਿਹੜੇ ਸੰਬੰਧਿਤ ਬਹੁਤ ਵੱਡੇ ਪ੍ਰੋਮੀਨੈਂਟ ਫਿਲੈਂਥਰੋਪਿਸਟ ਹੈਗੇ ਆ, ਜਿਹੜੇ ਫ੍ਰੀ ਲੋਕਾਂ ਦਾ ਇਲਾਜ ਵੀ ਕਰਦੇ ਆ, ਜਾਂ ਇਸ ਕਿਸਮ ਦੇ ਲੋਕ ਹੈਗੇ, ਕਿੰਨੇ ਕੁ ਉਹ ਲੋਕ ਹੈਗੇ, ਉਹਨਾਂ ਨੇ ਸਮਝਣਾ ਹੈ। ਇਹ ਨਹੀਂ ਕਿ ਸਿਰਫ ਉਹ ਟੈਕਨੀਕਲ ਹੈ, ਬਿਲਡਿੰਗਾਂ ਬਣਾ ਦਿਓ ਬਹੁਤ ਵਧੀਆ ਗੱਲ ਹੈ, ਤੁਸੀਂ ਹੋਰ ਚੀਜ਼ਾਂ ਜਿਹੜੇ ਇਨਫਰਾਸਟ੍ਰਕਚਰ ਬਣਾ ਦਿਓ ਉਹ ਬਹੁਤ ਵਧੀਆ ਚੀਜ਼ਾਂ ਹੈ, ਪਰ ਇਹ ਜ਼ਰੂਰ ਹੈਗਾ ਕਿ ਦਿੱਲੀ ਦਾ ਜਿਹੜਾ ਸਕੂਲ ਪਾਠਕ੍ਰਮ ਹੈਗਾ ਵਾ ਉਹ CBSE ਦੇ ਨਾਲ ਹੈਗਾ ਵਾ, ਸਾਡਾ ਜਿਹੜਾ ਹੈਗਾ ਪੈਰਲਲ 2 ਜਿਹੜੇ ਹੈਗੇ ਤੁਹਾਡੇ ਇੱਥੇ ਚੱਲਦੇ ਉਹਦੇ ਵਿੱਚੋਂ, ਕੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਕਿਸਮ ਦੀਆਂ ਕੰਟਰਾਡਿਕਸ਼ਨ ਨਹੀਂ ਪੈਦਾ ਕਰਨਗੀਆਂ? ਅੱਛਾ, ਪਹਿਲੀ ਤੁਸੀਂ ਠੀਕ ਗੱਲ ਕਹੀ ਹੈ ਕਿ ਆਖਰ ਸਮਝਣਾ ਕਿਨੇ ਆ, ਜਿਹੜਾ ਉਸ ਖੇਤਰ ਦਾ ਮਾਹਿਰ ਹੋਊਗਾ ਉਹੀ ਸਮਝੂਗਾ। ਤੇ ਇੱਕ ਹੋਰ ਵੀ ਤਰੀਕਾ ਹੁੰਦਾ ਹੈ ਕਿ ਜੇ ਸਹੀ ਮਾਇਨਿਆਂ 'ਚ ਤੁਸੀਂ ਕਿਸੇ ਚੀਜ਼ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ, ਤਾਂ ਫਿਰ ਵਫਦ ਭੇਜਤੇ ਜਾਂਦੇ ਆ, ਉਹਦੇ 'ਚ ਮੁੱਖ ਮੰਤਰੀਆਂ ਨੂੰ ਜਾਣ ਦੀ ਐਡੀ ਲੋੜ ਨਹੀਂ ਹੁੰਦੀ। ਦੂਜੇ ਬੰਨੇ ਜੇਕਰ ਤੁਸੀਂ ਇਨ ਬਿਨ ਕੋਈ ਮਾਡਲ ਲਾਗੂ ਕਰਨਾ ਚਾਹੁੰਦੇ ਹੋ ਤਾਂ ਫਿਰ ਤਾਂ ਉਹਨਾਂ ਦੇ ਐਕਸਪਰਟ ਆਉਣੇ ਚਾਹੀਦੇ ਸੀ ਤੇ ਉਹ ਸਾਡਾ ਮੁਆਇਨਾ ਕਰਦੇ ਵੀ ਇਹ ਢਾਂਚੇ 'ਚ ਆਪਾਂ ਕਿੱਦਾਂ ਤਬਦੀਲੀ ਜਾਂ ਸੁਧਾਰ ਲਿਆ ਸਕਦੇ ਹਾਂ। ਇੱਕ ਜਿਹੜੀ ਇਹਦੇ 'ਚ ਗੱਲ ਬਹੁਤ ਅਹਿਮ ਕਰਨ ਵਾਲੀ ਆ, ਖੈਰ ਗੱਲ ਲੰਬੀ ਹੋ ਜਾਣੀ ਆ, ਸਾਡੀਆਂ ਯੂਨੀਵਰਸਿਟੀਆਂ 'ਚ ਰਿਸਰਚ ਨਹੀਂ ਬਚੀ। ਸਾਡੀਆਂ ਯੂਨੀਵਰਸਿਟੀਜ਼ ਦੇ ਵਿੱਚ ਜੇ ਐਗਰੀਕਲਚਰ ਸਭ ਤੋਂ ਅਹਿਮ ਏਰੀਆ ਸੀਗਾ, ਖੇਤਰ ਸੀਗਾ, ਸਾਡੀ ਐਗਰੀਕਲਚਰ ਯੂਨੀਵਰਸਿਟੀ ਹੁਣ ਉਸ ਤਰ੍ਹਾਂ ਦੀ ਰਿਸਰਚ ਨਹੀਂ ਦਿੰਦੀ। ਸਾਡੀਆਂ ਜਿਹੜੀਆਂ ਇੱਥੇ ਚੇਅਰਸ ਸਥਾਪਿਤ ਹੋਈਆਂ ਨੇ, ਤੁਹਾਡੀਆਂ ਯੂਨੀਵਰਸਿਟੀਆਂ 'ਚ ਹੋਈਆਂ ਨੇ, ਇਹਨਾਂ ਦੇ ਵਿੱਚੋਂ ਵੀ ਉਹ ਆਊਟਪੁੱਟ ਨਹੀਂ ਆਉਂਦੀ। ਖਾਸ ਖੇਤਰਾਂ ਦੇ ਵਿੱਚ ਜੇ ਸਾਡੇ ਮਾਹਿਰ ਸਰਕਾਰਾਂ ਲਈ ਪਹਿਲਾਂ ਹੀ ਕੰਮ ਕਰਕੇ ਰੱਖਣ, ਸਰਕਾਰਾਂ ਨੇ ਅਡਾਪਟ ਕਰਨਾ ਜਾਂ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ, ਪਰ ਕੰਮ ਉਸ ਪੱਧਰ ਤੇ ਵੀ ਨਹੀਂ ਹੋਇਆ। ਇਹ ਇੱਕ ਬੜਾ ਵੱਡਾ ਪਹਿਲੂ ਆਊਗਾ। ਖੈਰ ਪੰਜਾਬ ਨੂੰ ਮੇਰਾ ਖਿਆਲ ਆ ਕਿ ਆਪਣੇ ਆਪ ਨੂੰ ਹੀ ਅੱਗੇ ਵਧਾਉਣਾ ਚਾਹੀਦਾ, ਬਜਾਏ ਦੇ ਕਿ ਉਹ ਕਿਸੇ ਹੋਰ ਦਾ ਮਾਡਲ ਦੇਖਣ, ਕਿਉਂਕਿ ਇੱਥੋਂ ਦਾ ਧਰਾਤਲ ਕੁਝ ਹੋਰ ਹੈ। ਮੈਨੂੰ ਲੱਗਦਾ ਤੁਹਾਡੀ ਇੱਕ ਟਿੱਪਣੀ ਇੱਥੇ ਜ਼ਰੂਰ ਚਾਹੀਦੀ ਹੈ ਕਿ ਜਿਹੜੇ ਸਾਡੇ ਐਕਸਪਰਟਸ ਨੇ ਉਹ ਵੀ ਉਦਾਸੀਨ ਤੇ ਲਥਾਰਜਿਕ ਹੋ ਗਏ ਨੇ। ਨਹੀਂ, ਮੈਨੂੰ ਨਹੀਂ ਲੱਗਦਾ। ਸਾਡੀ ਯੂਨੀਵਰਸਿਟੀ ਦੇ ਵਿੱਚ ਜਦੋਂ ਬਰਾੜ ਸਾਹਿਬ ਦੇ ਸਮੇਂ ਦੇ ਵਿੱਚ ਇਹਦਾ ਨੈਕ ਦਾ ਐਵੋਲੂਸ਼ਨ ਹੋਈ ਸੀਗੀ, ਯੂਨੀਵਰਸਿਟੀ ਗॉड ਪੋਟੈਂਸ਼ੀਅਲ ਵਿਦ ਐਕਸੀਲੈਂਸ, ਔਰ ਉਹਦੇ ਨਾਲ ਸਾਡੀ ਯੂਨੀਵਰਸਿਟੀ ਦਾ ਜਿਹੜਾ ਹੈਗਾ ਨਾਂ ਸੀ ਉਹ ਇੰਡੀਆ ਦੀਆਂ ਟੌਪ ਯੂਨੀਵਰਸਿਟੀ ਚਲਾ ਗਿਆ ਸੀ, ਤੇ ਜਿਹਦੇ ਵਿੱਚੋਂ ਰਿਸਰਚ ਕਰਨ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਕੋਈ ਟੈਸਟ ਨਹੀਂ ਵੀ ਕਲੀਅਰ ਕੀਤਾ ਉਹਨਾਂ ਨੂੰ ਫੈਲੋਸ਼ਿਪ ਮਿਲਦੀ ਸੀ। ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਹੈਗੀਆਂ, ਖਾਸ ਕਰਕੇ ਸਾਡਾ ਬਜਟ ਬਹੁਤ ਘਟਾ ਦਿੱਤਾ। 1990-91 ਦੇ ਵਿੱਚ 90% ਗ੍ਰੇਡ ਜਿਹੜੀ ਗ੍ਰਾਂਟ ਹੁੰਦੀ ਸੀ ਸਾਡਾ ਖਰਚੇ ਦੀ, ਉਹ ਸਟੇਟ ਵੱਲੋਂ ਆਉਂਦੀ ਹੁੰਦੀ ਸੀਗੀ, ਤੇ 2006-7-8 ਦੇ ਵਿੱਚ ਮੈਨੂੰ ਅਜੇ ਵੀ ਪ੍ਰੋਫੈਸਰ ਜੈਰੂਪ ਸਿੰਘ ਹੋਣਾ ਦੇ ਉਹ ਕਥਨ ਯਾਦ ਆ ਵੀ 20% ਇਹ ਗ੍ਰਾਂਟ ਦਿੰਦੇ ਆ ਤੇ 100% ਇਹ ਕੰਟਰੋਲ ਕਰਦੇ ਆ। ਬੇਸਿਕਲੀ ਜਿਹੜੀ ਸਰਕਾਰਾਂ ਦੀ ਜਿਹੜੀ ਇਹਦੇ ਵਿੱਚੋਂ ਕਹਿ ਕੋ ਐਜੂਕੇਸ਼ਨ ਲਈ, ਹੈਲਥ ਲਈ ਲਾਪਰਵਾਹੀ ਸੀ, ਇਸ ਕਰਕੇ ਵੀ ਹੋ ਸਕਦਾ ਵੀ ਉਦੋਂ ਲਿਬਰਲਾਈਜੇਸ਼ਨ ਦੀ ਗੱਲ ਕੀਤੀ ਗਈ, ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ ਗਈ। ਮੇਰਾ ਪੁਆਇੰਟ ਹੈ ਕਿ ਲੋਕੀ ਕੰਮ ਕਰਨ ਨੂੰ ਤਿਆਰ ਆ, ਪਰ ਬਸ਼ਰਤੇ ਕਿ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਹੈਗੀ ਆ ਦਿੱਤੀ ਜਾਵੇ। ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿੰਨਾ ਪੈਸਾ ਤੁਸੀਂ ਦੇਖੋ ਪਿਛਲੇ ਸਮੇਂ 'ਚ ਰਿਸਰਚ ਵਾਸਤੇ ਆਇਆ, ਉੱਥੇ ਜਿਹੜੀਆਂ ਪੋਸਟਾਂ ਕਿੰਨੀਆਂ ਖਾਲੀ ਪਈਆਂ। ਆਫਟਰ ਰਿਸਰਚ ਜਿਹੜੀ ਹੈਗੀ, ਬੰਦਿਆਂ ਦਾ ਕੰਮ ਬੰਦਿਆਂ ਨੇ ਕਰਨਾ, ਸਾਇੰਟਿਸਟ ਦਾ ਕੰਮ ਸਾਇੰਟਿਸਟ ਨੇ ਕਰਨਾ। ਮਸ਼ੀਨਾਂ ਜਿਹੜੀਆਂ ਹੈਗੀਆਂ ਵਾ ਉਹ ਬੰਦਿਆਂ ਨੇ ਚਲਾਉਣੀਆਂ, ਉਹਦੇ ਵਿੱਚੋਂ ਕੀ ਕੱਢਣਾ ਹੈ। ਜਦੋਂ ਤੁਹਾਡੇ ਕੋਲ ਵਰਕਫੋਰਸ ਹੀ ਨਹੀਂ ਹੈਗੀ, ਔਰ ਖਾਸ ਕਰਕੇ ਬਾਦਲ ਸਾਹਿਬ ਦੇ ਸਮੇਂ 'ਚ ਇੱਕ ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੋਈ ਕਿ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਨਵੇਂ ਟੀਚਰ ਭਰਤੀ ਕਰਨੇ ਸੀ, ਲੈਕਚਰਰ ਕਰਨੇ ਸੀ, ਉਹਨਾਂ ਨੂੰ ਬੇਸਿਕ ਪੇ ਦੇ ਉੱਤੇ ਰੱਖਿਆ ਗਿਆ। ਹੁਣ ਸਾਡੀ ਆਪਣੀ ਯੂਨੀਵਰਸਿਟੀ ਦੇ ਵਿੱਚ ਜਦੋਂ ਲੈਕਚਰਰ ਭਰਤੀ ਹੁੰਦਾ ਉਹ 15,000 ਦੀ ਤਨਖਾਹ ਮਿਲਦੀ ਹੈ 3 ਸਾਲ ਵਾਸਤੇ। ਹੁਣ ਕਿਹੜਾ ਵਿਅਕਤੀ ਆ ਜਿਹੜਾ 15,000 ਰੁਪਏ ਦੇ ਉੱਥੇ ਕੰਮ ਕਰੂਗਾ? ਜੇ ਲੱਗ ਵੀ ਜਾਊਗਾ ਤਾਂ ਕਿੰਨਾ ਕੁ ਕੰਮ ਕਰੂਗਾ? ਮੇਰਾ ਕਹਿਣ ਤੋਂ ਭਾਵ ਹੈਗਾ ਕਿ ਸਟੇਟ ਦੀ ਬਹੁਤ ਵੱਡੇ ਲੈਵਲ ਤੇ ਇਨਵੈਸਟਮੈਂਟ ਕਰਨ ਦੀ ਲੋੜ ਆ, ਔਰ ਸਟੇਟ ਨੂੰ ਆਪਣੀ ਡੈਫੀਨੇਸ਼ਨ ਬਦਲਣੀ ਪਊਗੀ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਉੱਤੇ ਖਰਚ ਕਰਦੇ ਹਾਂ। ਖਰਚ ਦੀ ਬਜਾਏ ਇਹਨਾਂ ਨੂੰ ਜਿਹੜੀ ਆਪਣਾ ਜਿਹੜਾ ਇਹ ਈਡੀਐਮ ਬਦਲ ਕੇ ਕਿ ਅਸੀਂ ਇਨਵੈਸਟ ਕਰ ਰਹੇ ਹਾਂ, ਕਿਉਂਕਿ ਐਜੂਕੇਸ਼ਨ ਤੇ ਹੈਲਥ ਜਾਂ ਇਨਵੈਸਟਮੈਂਟ ਜਿਹੜੀ ਆ ਉਹ ਤੁਹਾਡੀ ਆਉਣ ਵਾਲੀ ਪੀੜ੍ਹੀ ਤੇ ਤੁਹਾਡੇ ਆਉਣ ਵਾਲੇ ਭਵਿੱਖ ਨੂੰ ਉਹਨੇ ਨਿਰਧਾਰਿਤ ਕਰਨਾ। ਪੰਜਾਬ ਦੇ ਵਿੱਚ ਇਹ ਨਹੀਂ ਹੋਇਆ, ਦੇਸ਼ ਦੇ ਵਿੱਚ ਹੀ ਨਹੀਂ ਹੋਇਆ, ਪਰ ਪੰਜਾਬ ਦੇ ਵਿੱਚ ਬਹੁਤ ਕ੍ਰਿਮੀਨਲ ਨੈਗਲੈਕਟ ਹੋਈ ਆ। ਜਿੰਨੀਆਂ ਵੀ ਰੂਲਿੰਗ ਪਾਰਟੀ ਖਾਸ ਕਰਕੇ ਪਿਛਲੇ 30 ਸਾਲਾਂ ਤੋਂ, ਚਾਹੇ ਉਹ ਕਾਂਗਰਸ ਪਾਰਟੀ ਸੀ ਚਾਹੇ ਉਹ ਅਕਾਲੀ ਪਾਰਟੀ ਸੀ, ਉਹਨਾਂ ਨੇ ਇਹਨਾਂ ਨੂੰ ਇਗਨੋਰ ਕੀਤਾ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡੀ ਕੁਆਲਿਟੀ ਆਫ ਐਜੂਕੇਸ਼ਨ ਥੱਲੇ ਚੱਲ ਗਈ। ਉਹਦਾ ਰਿਜ਼ਲਟ ਹੋ ਗਿਆ ਕਿ ਲੋਕਾਂ ਦਾ ਵਿਦਿਆ ਤੋਂ ਵਿਸ਼ਵਾਸ ਘਟ ਗਿਆ। ਉਹਦਾ ਰਿਜ਼ਲਟ ਹੋਇਆ ਕਿ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ, ਘਰ ਵੇਚ ਕੇ ਜਾਂ ਗਹਿਣੇ ਪਾ ਕੇ ਆਪਣੇ ਨਿਆਣਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਹਾਂ, ਬਿਲਕੁਲ। ਔਰ ਇੱਕ ਹੋਰ ਵੱਡੀ ਗੱਲ ਆ ਕਿ ਜਿੰਨੇ ਵਿਕਸਿਤ ਦੇਸ਼ ਆ, ਮੈਂ ਅਮਰੀਕਨ ਯੂਨੀਵਰਸਿਟੀਜ਼ ਨੂੰ ਦੇਖਦਾ ਹਾਂ, ਉਹਦੇ ਵਿੱਚ ਪ੍ਰਾਈਵੇਟ ਫੰਡਿੰਗ ਬਹੁਤ ਆ, ਉਹਦੇ ਵਿੱਚ ਉਹਨਾਂ ਨੂੰ ਖੁਦ ਮੁਖਤਾਰੀ ਬਹੁਤ ਹੈ, ਉਹ ਆਪਣਾ ਬਹੁਤ ਕੁਝ ਆਪ ਫੈਸਲਾ ਕਰਨ। ਉੱਥੇ ਵੱਡੇ ਜਿਹੜੇ ਬਿਜ਼ਨਸ ਨਾਲ ਜੁੜੇ ਲੋਕ ਆ ਉਹ ਲੈਕਚਰ ਦੇਣ ਲਈ ਆਉਂਦੇ ਆ, ਉੱਥੇ ਉਹ ਪੈਸੇ ਵੀ ਲਾਉਂਦੇ ਆ। ਮੈਨੂੰ ਇੰਝ ਲੱਗਦਾ ਹੈ ਕਿ ਸਾਡੇ ਤਬਦੀਲੀ ਦੀ ਲੋੜ ਆ। ਖੈਰ ਮੈਂ ਕਿਹੜਾ ਵਿਦਵਾਨ ਹੈ ਜਾਂ ਮਾਹਿਰ ਆ, ਇੱਥੇ ਆਪਾਂ ਫਿਰ ਗੱਲ ਕਰ ਲਾਂਗੇ ਇੱਕ ਵੱਡੇ ਪੈਨਲ ਦੇ ਵਿੱਚ ਪ੍ਰੋਫੈਸਰ ਸਾਹਿਬ ਨੂੰ ਨਾਲ ਲੈ ਕੇ,
ਪਰ ਮੈਂ ਜਿਹੜੀ ਆ 2-3 ਚੀਜ਼ਾਂ ਨੂੰ ਦੇਖ ਰਿਹਾ, ਮਾਈਨਿੰਗ ਨੂੰ ਲੈ ਕੇ ਹੈਲਪਲਾਈਨ ਅੱਜ ਇਹਨਾਂ ਅਨਾਉਂਸਮੈਂਟ ਹੋਈ ਆ, ਕ੍ਰਿਸ਼ਨ ਕੁਮਾਰ ਮਾਈਨਿੰਗ ਵੱਲ ਪਾਸੇ ਆਏ ਆ। ਮੈਨੂੰ ਲੱਗਦਾ ਵੀ ਉਹ ਸਾਰਾ ਦਿਨ ਦੀ ਜਿਹੜੀ ਸਰਗਰਮੀ ਆ, ਸਵੇਰੇ ਅਸੀਂ ਗੱਲ ਕਰਦੇ ਸੀ, ਹਮੀਰ ਸਿੰਘ ਦੱਸਦੇ ਸੀ, ਕਹਿੰਦੇ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਕੰਮ ਕਰਨ ਵਰਗੀ ਪ੍ਰਵਿਰਤੀ ਵੀ ਰਹੀ ਆ। ਤੇ ਇਹ ਮਾਈਨਿੰਗ ਨੂੰ ਲੈ ਕੇ ਕਹਿੰਦੇ ਬਹੁਤ ਸਾਰੀਆਂ ਫੋਨ ਕਾਲਸ ਆਉਣੀਆਂ ਵੀ ਸ਼ੁਰੂ ਹੋ ਗਈਆਂ ਇਸ ਲਾਈਨ ਤੇ, ਵੀ ਫਲਾਣੇ ਥਾਂ ਵੀ ਕੋਈ ਟਰਾਲੀ ਤੁਰੀ ਜਾਂਦੀ, ਜੇ ਟਿੱਪਰ ਤੁਰਿਆ ਜਾਂਦਾ, ਜੇ ਫਲਾਣੇ ਥਾਂ ਵੀ ਕ੍ਰਸ਼ਰ ਲੱਗੇ ਪਏ ਆ। ਇਹ ਇੱਕ ਚੰਗੀ ਗੱਲ ਹੋਈ ਆ। ਤੁਹਾਨੂੰ ਲੱਗਦਾ ਇਹਦਾ ਕੋਈ ਅਸਰ ਦੇਖਣ ਨੂੰ ਮਿਲੂਗਾ? ਔਰ ਸਮਾਨਾਂਤਰ ਹਰਭਜਨ ਸਿੰਘ ETO ਜਿਹੜੀਆਂ ਕਲੋਨੀਆਂ ਪਿਛਲੇ ਸਮੇਂ ਦੇ ਵਿੱਚ ਬੇਨਿਯਮੀਆਂ ਨਾਲ ਬਣੀਆਂ ਤੇ ਰੈਗੂਲਰ ਕਰਤੀਆਂ ਗਈਆਂ, ਉਹਨਾਂ ਦੇ ਉੱਤੇ ਵੀ ਉਹ ਕਹਿ ਰਹੇ ਵੀ ਚੈਕਿੰਗ ਕਰਾ ਰਹੇ ਆ। ਸੋ ਜੇ ਮੁਹਾਲੀ ਦੇ ਵਿੱਚ ਇੱਕ SSP ਜਿਹੜੇ ਨਵੇਂ ਆਏ ਆ, ਮੈਨੂੰ ਕਿਸੇ ਬਹੁਤ ਵੱਡੇ ਅਫਸਰ ਨੇ ਪਹਿਲਾਂ ਹੀ ਕਿਹਾ ਸੀ ਵੀ ਜਿਸ ਤਰ੍ਹਾਂ ਦਾ ਬੰਦਾ ਉੱਥੇ ਲਾਤਾ ਗਿਆ, ਲੱਗਦਾ ਕਿ ਕੁਝ ਪੁਰਾਣੀਆਂ ਚੀਜ਼ਾਂ ਖੁੱਲ ਸਕਦੀਆਂ ਨੇ। ਸੋ ਉੱਥੇ ਕੁਝ ਲੋਕਾਂ ਨੇ ਜਿਹੜਾ ਲੋਕਾਂ ਨਾਲ ਧੋਖਾਧੜੀ ਕੀਤੀ ਸੀ ਕਲੋਨੀਆਂ ਦੇ ਮਾਮਲੇ 'ਚ, ਉਹ ਵੀ ਇਹਦਾ ਮਤਲਬ ਸਰਕਾਰ ਦਾ ਡੰਗ ਤੇਜ਼ ਹੋ ਗਿਆ, ਸਰਕਾਰ ਟੌਪ ਗੇਅਰ 'ਚ ਚਲੇ ਗਈ। ਤੇ ਟਿੱਪਣੀ ਦਿਓ ਜ਼ਰਾ। ਨਹੀਂ, ਬਹੁਤ ਚੰਗੀ ਗੱਲ ਹੈ, ਪਰ ਦੂਸਰੇ ਪਾਸੇ ਵੀ ਦੇਖੋ ਨਾ, ਤੁਸੀਂ ਮਾਈਨਿੰਗ ਆ ਗਈ, ਅੱਜ ਹੀ ਸਵੇਰੇ ਆਉਣ ਡਿਆ, ਫਿਰ ਰੇਤ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਤੁਸੀਂ ਇਹ ਬਹੁਤ ਵਧੀਆ ਗੱਲ ਹੈ, ਹੈਲਪਲਾਈਨ ਜਾਰੀ ਕਰਦੀ ਹੈ, ਪਰ ਉਹਦਾ ਆਲਟਰਨੇਟਿਵ ਵਿਵਸਥਾ ਕੀ ਕੀਤੀ ਆ? ਕਈ ਵਾਰੀ ਲੋਕੀ ਇਹ ਕਹਿੰਦੇ ਆ ਕਿ ਜਿਨ੍ਹਾਂ ਦੇ ਹੁਣ ਕੰਮ ਚੱਲਦੇ ਆ, ਜਿਹੜੇ ਲੋੜਵੰਦ ਆ, ਜਿਨ੍ਹਾਂ ਨੇ ਘਰ ਬਣਾਉਣੇ ਆ, ਉਹ ਕਹਿੰਦੇ ਵੀ ਸਾਨੂੰ ਉਹ ਚੀਜ਼ ਜਿਹੜੀ ਸੈਂਡ ਜਿਹੜੀ ਜਿਸ ਚੀਜ਼ ਦੀ ਹੈਗੀ ਉਹ ਅਵੇਲੇਬਲ ਵੀ ਹੋਣੀ ਚਾਹੀਦੀ ਹੈ। ਕੀ ਸਰਕਾਰ ਨੇ ਪੈਰਲਲ ਇਹੋ ਜਿਹਾ ਵੀ ਕੋਈ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ ਹੈਲਪਲਾਈਨ ਕਰਕੇ ਇਲੀਗਲ ਮਾਈਨਿੰਗ ਜਿਹੜੀ ਆ ਉਹ ਖਤਮ ਕਰ ਦਾਂਗੇ? ਹਾਂ, ਇਹ ਠੀਕ ਆ ਕਿ ਇਲੀਗਲ ਮਾਈਨਿੰਗ ਬੜੇ ਵੱਡੇ ਲੰਮੇ ਸਮੇਂ ਤੋਂ ਬਿਮਾਰੀ ਸੀ, ਇਹ ਇਲੈਕਸ਼ਨਾਂ ਦਾ ਏਜੰਡਾ ਬਣਦਾ ਰਿਹਾ, ਇਹਦੇ ਵਿੱਚ ਸਰਕਾਰਾਂ ਹਾਰੀਆਂ ਵੀ, ਪਰ ਇਹਦੇ ਨਾਲ ਨਾਲ ਸੀਗਾ ਇਲੀਗਲ ਮਾਈਨ ਜਿਹੜੀ ਹੈਗੀ ਸੀ, ਉਹਦੇ ਨਾਲ ਜਿਹੜੀ ਰੇਤ ਦੀ ਸਪਲਾਈ ਹੁੰਦੀ ਸੀ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਉਹਦਾ ਰੇਟ ਸਸਤਾ ਸੀਗਾ। ਹੁਣ ਜਦੋਂ ਤੁਸੀਂ ਬੰਦ ਕਰ ਦਿੱਤੀ, ਇੱਕਦਮ ਰੇਟ ਜਿਹੜਾ ਹੈਗਾ ਵੱਧ ਗਿਆ। ਤੁਸੀਂ ਕਿੰਨਾ ਲੰਮਾ ਸਮਾਂ ਲੋਕਾਂ ਨੂੰ ਇਹ ਸਮਝਾਓਗੇ ਕਿ ਭਾਈ ਦੇਖੋ ਅਸੀਂ ਜਿਹੜੀ ਹੈਗੀ ਹੈਲਪਲਾਈਨ ਜਾਰੀ ਕਰਤੀ ਆ, ਇਹ ਬਹੁਤ ਵਧੀਆ ਚੀਜ਼ ਹੈਗੀ ਆ, ਤੁਹਾਡੇ ਸਾਡੇ ਲਈ ਗੱਲਾਂ ਕਰਨ ਵਾਲੇ ਜਿਨ੍ਹਾਂ ਨੂੰ ਨਹੀਂ ਲੋੜ ਹੈਗੀ ਉਹਨਾਂ ਲਈ ਤਾਂ ਬਹੁਤ ਵਧੀਆ ਹੋਊਗੀ, ਪਰ ਜਿਹੜੇ ਲੋਕਾਂ ਨੂੰ ਇਹਦੀ ਜ਼ਰੂਰਤ ਹੈਗੀ ਆ, ਜਿੰਨਾ ਚਿਰ ਉਹਦਾ ਕੋਈ ਆਲਟਰਨੇਟਿਵ ਵਿਵਸਥਾ ਨਹੀਂ ਹੁੰਦੀ, ਉਹਨਾਂ ਲਈ ਸਮੱਸਿਆ ਪੈਦਾ ਹੋ ਸਕਦੀ ਆ। ਤੋ ਇਸ ਕਰਕੇ ਇਹ ਇੰਨਾ ਸੀਰੀਅਸ ਇਸ਼ੂ ਆ, ਮੈਨੂੰ ਲੱਗਦਾ ਸੀਗਾ ਵੀ ਇਹਦਾ ਕੋਈ ਪੈਰਲਲ ਇਹਨਾਂ ਨੂੰ ਅਰੇਂਜਮੈਂਟ ਜਿਹੜਾ ਸੀਗਾ ਉਹ ਦੇਖਣਾ ਚਾਹੀਦਾ ਸੀ ਵੀ ਕਿੰਨੀ ਸਾਨੂੰ ਸਪਲਾਈ ਦੀ ਲੋੜ ਹੈਗੀ ਆ, ਕੀ ਅਸੀਂ ਉਹ ਸਪਲਾਈ ਉਨੀ ਪ੍ਰੋਵਾਈਡ ਕਰ ਸਕਦੇ ਹਾਂ। ਜੇ ਉਹ ਨਹੀਂ ਕਰਨਗੇ ਤੇ ਮੈਨੂੰ ਲੱਗਦਾ ਵੀ ਹਾਹਾਕਾਰ ਸ਼ੁਰੂ ਹੋ ਜਾਏਗੀ, ਮਜ਼ਦੂਰ ਵੀ ਸੜਕਾਂ ਤੇ ਆ ਜਾਣਗੇ, ਮਿਸਤਰੀ ਵੀ ਜਿਹੜੇ ਹੈਗੇ ਸੜਕਾਂ ਤੇ ਆ ਜਾਣਗੇ, ਜਾਂ ਇਸ ਕਿਸਮ ਦਾ ਹੀ ਹਾਲ ਹੋਊਗਾ ਜਿਹੜਾ ਰੇਹੜੀਆਂ ਵਾਲਿਆਂ ਨਾਲ ਹੋਇਆ ਕੱਲ, ਜਿਹੜਾ ਪਹਿਲਾਂ ਇਹਨਾਂ ਨੇ ਲਾਅ ਬਣਾਇਆ ਸੀਗਾ, ਮੁੜ ਕੇ ਉਹ ਵਾਪਸ ਲੈ ਲਿਆ। ਭਗਵੰਤ ਮਾਨ ਜੀ ਕਹਿੰਦੇ ਆ ਵੀ ਰੁਜ਼ਗਾਰ ਦੇਣਾ ਹੈ, ਰੁਜ਼ਗਾਰ ਖੋਣਾ ਨਹੀਂ ਹੈ। ਬਹੁਤ ਚੰਗੀ ਗੱਲ ਹੈ, ਇਹਨਾਂ ਦੀ ਸੋਚ ਬਹੁਤ ਵਧੀਆ ਹੈ, ਪਰ ਨਾਲ ਨਾਲ ਇਹ ਵੀ ਦੇਖਣਾ ਜ਼ਰੂਰੀ ਹੈਗਾ ਕਿ ਜੇ ਤੁਸੀਂ ਮਾਈਨਿੰਗ ਪਾਲਿਸੀ ਤੁਹਾਡੀ ਆ ਗਈ ਆ, ਜਾਂ ਉਸ ਮਾਈਨਿੰਗ ਪਾਲਿਸੀ ਦੇ ਨਾਲ ਬਾਜ਼ਾਰ ਦੇ ਵਿੱਚ ਸਪਲਾਈ ਬਣੀ ਰਹੂਗੀ, ਜੇ ਉਹਦੇ ਸਪਲਾਈ ਨਹੀਂ ਬਣਦੀ ਤੇ ਕਿਤੇ ਕੀਮਤਾਂ ਇੰਨੀਆਂ ਜ਼ਿਆਦੀਆਂ ਨਾ ਵੱਧ ਜਾਣ ਕਿ ਲੋਕੀ ਕੋਸਣਾ ਸ਼ੁਰੂ ਕਰ ਦੇਣ। ਦੂਸਰੀ ਗੱਲ ਕੀਤੀ ਹੈ ਤੁਸੀਂ ਹਰਭਜਨ ਸਿੰਘ ETO ਸਾਹਿਬ ਦੀ, ਦੇਖੋ ਇਲੀਗਲ ਜਿਹੜਾ ਸਿਸਟਮ ਸੀਗਾ ਜਾਂ ਹੋ ਰਿਹਾ ਸੀ, ਉਹ ਬੜੇ ਲੰਮੇ ਸਮੇਂ ਦਾ ਹੋ ਰਿਹਾ ਸੀਗਾ। ਇਹ ਕਿਸਮ ਦਾ ਕੈਂਸਰ ਬਣ ਗਿਆ, ਇਸ ਕਿਸਮ ਦੀ ਬਹੁਤ ਵੱਡੀ ਬਿਮਾਰੀ ਬਣ ਗਈ ਆ। ਮੈਨੂੰ ਲੱਗਦਾ ਵੀ ਇਹ ਕੁੰਡੀਆਂ ਕੱਟਣੀਆਂ ਜਾਂ ਉਹਨਾਂ ਦੇ ਜਿਹੜੇ ਹੈਗੇ ਮੀਟਰ ਲਾਉਣੇ, ਆਮ ਤੌਰ ਤੇ ਜਿਹੜੀਆਂ ਇਦਾਂ ਦੀਆਂ ਕਲੋਨੀਜ਼ ਹੁੰਦੀਆਂ ਵਾ, ਉਹਦੇ ਵਿੱਚ ਜਿਹੜੇ ਲੋਕ ਘਰ ਬਣਾਉਂਦੇ ਆ, ਉਹ ਕੋਈ ਬਹੁਤ ਜਿਹੜੇ ਹੁੰਦੇ ਆ ਉਹ ਖਾਂਦੇ ਪੀਂਦੇ ਲੋਕ ਨਹੀਂ ਹੁੰਦੇ, ਉਹ ਬਹੁਤ ਜਨ ਸਧਾਰਨ ਲੋਕ ਵੀ ਹੁੰਦੇ ਆ। ਉਹ ਕਈ ਵਾਰੀ ਉਹਨਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ, ਉਹਨਾਂ ਕੋਲ ਸੋਰਸਸ ਨਹੀਂ ਹੁੰਦੇ, ਉਹਨਾਂ ਕੋਲ ਜਿਹੜੇ ਉਹ ਘਰ ਪਲਾਟ ਲੈ ਲੈਂਦੇ ਆ, ਉਹ ਫਿਰ ਘਰ ਬਣਾ ਲੈਂਦੇ ਆ। ਮੈਨੂੰ ਲੱਗਦਾ ਸੀਗਾ ਕਿ ਇਹਨਾਂ ਟੌਪ ਗੇਅਰ ਦੇ ਵਿੱਚ ਤੇ ਚੱਲਣ ਬਹੁਤ ਵਧੀਆ ਗੱਲ ਹੈ, ਪਰ ਇੱਕ ਨਿਊਟਨ ਦਾ ਤੀਸਰਾ ਲਾ ਹੈਗਾ ਵਾ ਕਿ ਜਿੰਨਾ ਵੱਡਾ ਐਕਸ਼ਨ ਹੋਊਗਾ ਕਈ ਵਾਰੀ ਰਿਐਕਸ਼ਨ ਉਸੇ ਤਰੀਕੇ ਨਾਲ ਆ ਜਾਂਦਾ। ਮੈਂ ਫਿਰ ਇਹ ਬਾਰ-ਬਾਰ ਗੱਲ ਕਹਿਣਾ ਵਾ ਕਿ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਵਾ, ਇਹਨਾਂ ਨੇ ਲੋਕਾਂ ਦੀ ਸਪੋਰਟ ਜਿਹੜੀ ਆ ਉਹ ਜਨਰੇਟ ਕਰਨੀ ਆ, ਔਰ ਉਹ ਜਨਰੇਟ ਜਿਹੜੀ ਹੈਗੀ ਆ ਇਹਨਾਂ ਦੇ ਐਕਸ਼ਨ ਦੇ ਉੱਤੋਂ ਹੋਣੀ ਆ। ਤੋ ਇਸ ਕਰਕੇ ਨਾਲ ਨਾਲ ਜੇ ਚੰਗੀ ਗੱਲ ਹੁੰਦੀ ਕਿ ਕਿਸੇ ਨੂੰ ਜਿੰਨਾ ਵੀ ਸਮਾਂ ਲੱਗਦਾ ਸੀ, ਇਹਨਾਂ ਕੋਲ ਐਕਸਪਰਟਸ ਹੈਗੇ ਆ, 2 ਮਹੀਨੇ 4 ਮਹੀਨੇ 6 ਮਹੀਨੇ, ਪਹਿਲੀ ਗੱਲ ਤੇ ਜਿਸ ਵਿਅਕਤੀ ਨੇ ਉਹ ਕੀਤਾ ਉਹਨੂੰ ਫੜ ਦੇ। ਦੂਸਰੀ ਗੱਲ ਹੈਗੀ ਆ ਕਿ ਜਿੰਨਾ ਵੀ ਉਹਦਾ ਜੋ ਵੀ ਉਹਦਾ ਰੇਟ ਹੁੰਦਾ ਵਾ ਉਹਨੂੰ ਲੀਗਲਾਈਜ਼ ਕਰਨ ਵਾਸਤੇ ਉਸ ਪ੍ਰੋਸੈਸ ਵਾਲੇ ਪਾਸੇ ਵੱਲ ਵੀ ਪੈਂਦੇ, ਉਹ ਜ਼ਿਆਦਾ ਜ਼ਰੂਰੀ ਸੀਗਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੈਟਿਕ ਜਿਹੜਾ ਹੈਗਾ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ। ਜੇ ਇਹੀ ਲੋਕ ਕੱਲ ਨੂੰ ਹਾਈ ਕੋਰਟ ਦੇ ਵਿੱਚ ਚਲੇ ਗਏ, ਹਾਈ ਕੋਰਟ ਨੇ ਸਟੇ ਦਿੱਤਾ, ਤੇ ਸਰਕਾਰ ਦੀ ਜਿਹੜੀ ਇਹ ਸਾਰੀ ਹੈਗੀ ਹੈ ਨਾ, ਫਿਰ ਉਹਦੇ ਨਾਲ ਪ੍ਰਕਿਰਿਆ ਜ਼ੀਰੋ ਹੋ ਜਾਂਦੀ ਹੁੰਦੀ ਆ, ਬੈਠੇ ਰਹਿੰਦੀ ਆ। ਤੇ ਮੈਨੂੰ ਇਹ ਲੱਗਦਾ ਸੀ ਵੀ ਸਾਰੇ ਸਟੇਕ ਹੋਲਡਰਸ ਨੂੰ ਲੈ ਕੇ, ਹਾਂ ਇਹ ਜ਼ਰੂਰ ਆ, ਇਲੀਗਲ ਕਲੋਨੀਆਂ ਦੇ ਉੱਤੇ ਸਕੰਜਾ ਕੱਸਿਆ ਜਾਣਾ ਚਾਹੀਦਾ ਹੈ, ਉਹਨਾਂ ਦੇ ਜੋ ਵੀ ਉਹਨਾਂ ਦਾ ਬਣਦਾ ਜੁਰਮਾਨਾ ਉਹ ਪਾਉਣਾ ਚਾਹੀਦਾ ਹੈ, ਜਾਂ ਜਿਨ੍ਹਾਂ ਅਧਿਕਾਰੀਆਂ ਨੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਉੱਥੇ ਜੋ ਵੀ ਕੰਮ ਕੀਤਾ ਹੈ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ। ਪਰ ਮੁਸ਼ਕਲ ਗੱਲ ਇਹ ਹੈਗੀ ਆ ਵੀ ਬਹੁਤੇ ਅਧਿਕਾਰੀ ਜਿਹੜੇ ਹੈਗੇ ਆ ਉਹ ਆਪਣੇ ਨਿਆਣਿਆਂ ਦੇ ਨਾਲ ਹੀ ਨਾ ਇੱਥੇ ਛੱਡ ਕੇ ਰਿਟਾਇਰ ਹੋ ਕੇ ਜਿਹੜੇ ਆ ਨਾ ਉਹ ਬਾਹਰ ਨਿਕਲ ਗਿਆ, ਉਹਨਾਂ ਨੂੰ ਵਾਪਸ ਕਿੱਦਾਂ ਲੈ ਕੇ ਆਉਣਾ। ਅੱਛਾ, ਮੋਰ ਓਵਰ ਇਹਦੇ ਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਸਿਸਟਮ ਨੂੰ ਡਿਸਫੰਕਸ਼ਨਲ ਨਾ ਬਣਾਓ।
ਪਾਪੂਲਿਜ਼ਮ ਦੇ ਵਿੱਚ ਆ ਕੇ ਇਹ ਨਾ ਕਹੋ ਵੀ ਅਸੀਂ ਬਹੁਤ ਵੱਡੇ ਰੈਵੋਲੂਸ਼ਨ ਨਹੀਂ ਹੁੰਦੇ, ਇਹ ਕਾਊਂਟਰ ਪ੍ਰੋਡਕਟਿਵ ਬਹੁਤ ਹੁੰਦੇ ਆ। ਤੁਸੀਂ ਸਲੋ ਐਂਡ ਸਟੀਡੀ ਹੈਗਾ, ਸਟ੍ਰਿਕਟ ਹੋ, ਫਰਮ ਹੋ, ਕੰਨ ਤੇ ਲਿਖ ਕੇ ਲਾ ਦਿਓ ਵੀ ਜਿਹੜਾ ਅਸੀਂ ਐਕਸ਼ਨ ਲੈਣ ਜਾ ਰਹੇ ਹਾਂ ਇਥੋਂ ਅਸੀਂ ਪਛਾਣ ਨਹੀਂ ਖੱਟਾਂਗੇ, ਪਰ ਲੋਕਾਂ ਨੂੰ ਨਾਲ ਨਾਲ ਮੌਕਾ ਵੀ ਦਿਓ ਕਿ ਤੁਸੀਂ ਜੋ ਵੀ ਵਾਇਓਲੇਸ਼ਨ ਕੀਤੀ ਆ ਉਹਨੂੰ ਸੁਧਾਰੋ ਤੇ ਜੋ ਵੀ ਸਰਕਾਰ ਦਾ ਬਣਦਾ ਹੈ ਉਹਦੇ ਵਿੱਚ ਉਹਨੂੰ ਜਮ੍ਹਾਂ ਕਰਾਓ। ਤੁਸੀਂ ਠੀਕ ਕਹਿ ਰਹੇ ਹੋ, ਪਿਛਲੀਆਂ ਸਰਕਾਰਾਂ ਵੀ ਆਉਂਦੇ ਹੀ ਇਹ ਗੱਲ ਕਹਿੰਦੀਆਂ ਰਹੀਆਂ ਕਿ ਜੋ ਕੁਝ ਵੀ ਗੈਰ ਕਾਨੂੰਨੀ ਹੋਇਆ, ਲੇਕਿਨ ਉਸ ਤੋਂ ਬਾਅਦ ਫਿਰ ਗੈਰ ਕਾਨੂੰਨੀ ਖੁੰਬਾਂ ਵਾਂਗ ਕਲੋਨੀਆਂ ਉਗਦੀਆਂ ਵੀ ਰਹੀਆਂ। ਹਰੇਕ ਸਰਕਾਰ ਨੇ ਕੁਝ ਸਟੈਪ ਲਏ ਆ, ਉਸ ਤੋਂ ਬਾਅਦ ਕੀ ਹੁੰਦਾ ਅੰਦਰ ਵੀ ਉਹ ਜਿਹੜੇ ਪਹਿਲੇ ਫੈਸਲੇ ਆ ਉਹ ਕਿਤੇ ਧੂੜ 'ਚ ਦੱਬੇ ਰਹਿ ਜਾਂਦੇ ਆ, ਮੁੜ ਕੇ ਉਦਾਂ ਹੀ ਉਹ ਨਿਰਵਿਘਨ ਚੱਲਦਾ ਰਹਿੰਦਾ। ਚਲੋ ਆਪਾਂ ਇਸ ਗੱਲ ਨੂੰ ਛੱਡ ਲਈਏ, ਮਾਈਨਿੰਗ ਵਾਲੀ ਗੱਲ ਬਹੁਤ ਜ਼ਰੂਰੀ ਆ। ਤੁਸੀਂ ਠੀਕ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਮਕਾਨ ਬਣਦੇ, ਜਿਨ੍ਹਾਂ ਦੇ ਖਾਸ ਤੌਰ ਤੇ ਜਿਹੜਾ ਇਨਫਰਾਸਟ੍ਰਕਚਰ ਹੈ, ਸੜਕਾਂ ਬਣ ਰਹੀਆਂ, ਜੇ ਉਹ ਸਾਰਾ ਰੁਕ ਜਾਂਦਾ ਤੇ ਉਹਦੇ ਨਾਲ ਸਿਸਟਮ ਤੇ ਅਸਰ ਪੈਂਦਾ। ਪਰ ਇਹ ਸਾਰੇ ਕੁਝ ਦੇ ਨਾਲ ਆਪਾਂ ਵੇਖਿਆ ਵੀ ਨਵਜੋਤ ਸਿੰਘ ਸਿੱਧੂ ਨੇ ਅੱਜ ਰਾਜਪੁਰੇ 'ਚ ਜਾ ਕੇ ਖੂਬ ਵੱਡੀ ਧੂਆਂਧਾਰ ਤਕਰੀਰ ਕਰਤੀ ਹੈ ਵੀ ਇਹ ਜਿਹੜੇ ਥਰਮਲ ਪਲਾਂਟ ਨੇ ਇਹ ਹੁਣ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਜੀ। ਇਹਨਾਂ ਨੇ ਕਿਹਾ ਸੀਗਾ ਜੀ ਅਸੀਂ ਸਸਤੀ ਕਰ ਦਿਆਂਗੇ, ਹੁਣ ਕਰਕੇ ਵਿਖਾਉਣ। ਉਹ ਵੱਡੀਆਂ ਭਾਰੀਆਂ ਗੱਲਾਂ ਨੇ। ਚਲੋ ਆਪਾਂ ਜੇ ਸਿੱਧੂ ਨੂੰ ਵਿੱਚੋਂ ਮਾਈਨਸ ਕਰ ਲਈਏ ਤਾਂ ਸਭ ਤੋਂ ਵੱਡਾ ਸੰਕਟ ਕੋਲੇ ਦਾ ਪਿਆ ਹੋਇਆ। ਕੇਂਦਰ ਕੋਈ ਬਹੁਤਾ ਬਾਂਹ ਬੂ ਨਹੀਂ ਫੜਾ ਰਹੀ। ਪਹਿਲਾਂ ਕੇਂਦਰ ਨੇ ਇੱਕ ਟੀਮ ਭੇਜੀ ਸੀ ਜਿਹੜੇ ਸਾਡੇ ਕਣਕ ਦੇ ਦਾਣੇ ਸੁੰਗੜ ਗਏ ਸੀਗੇ, ਔਰ ਹੁਣ ਤਾਂ ਇਹ ਆ ਰਿਹਾ ਵੀ 8 ਕੁਇੰਟਲ ਤੱਕ ਝਾੜ ਘਟ ਗਿਆ, ਔਰ ਈਵਨ ਕਹਿੰਦੇ ਤੂੜੀ ਬੜੀ ਘੱਟ ਬਣ ਰਹੀ। ਔਰ ਉਹ ਕੇਂਦਰ ਨੇ ਅਜੇ ਤੱਕ ਵੀ ਉਹ ਰਾਹਤ ਨਹੀਂ ਦਿੱਤੀ ਜਿਹੜੀ ਉਦੋਂ ਖਬਰ ਇੱਕ ਲੱਗੀ 5 ਦਿਨ 7 ਦਿਨ ਪਹਿਲਾਂ। ਉੱਥੇ ਵੀ ਔਰ ਕੋਲੇ ਦੇ ਮਾਮਲੇ 'ਚ ਵੀ ਕੇਂਦਰ ਅਜੇ ਕੋਈ ਬਾਂਹ ਨਹੀਂ ਫੜਦਾ ਇਹਨਾਂ ਦੀ। ਇਹ ਸਾਰੇ ਸੰਕਟ ਕਿਵੇਂ ਐਡਰੈਸ ਹੋਣਗੇ? ਮੋਦੀ ਸਾਹਿਬ ਨੂੰ ਵੀ ਮਿਲ ਲੈਣਾ ਚਾਹੀਦਾ, ਭਗਵੰਤ ਮਾਨ ਨੂੰ, ਕੇਜਰੀਵਾਲ ਸਾਹਿਬ ਦੇ ਨਾਲ ਜੇ ਦਿੱਲੀ ਗਏ ਹੋਏ ਆ, ਇਹ ਕੀਤੇ ਬਿਨਾਂ ਸਰਨਾ ਨਹੀਂ। ਇਹੀ ਕਾਰਨ ਤਾਂ ਨਹੀਂ? ਭਾਵੇਂ ਅਮਰਿੰਦਰ ਸਿੰਘ ਸੀ ਤੇ ਭਾਵੇਂ ਚੰਨੀ ਸੀਗੇ, ਮੋਦੀ ਸਾਹਿਬ ਕੋ ਜਾ ਕੇ ਇੰਜ ਲੱਗਦਾ ਸੀ ਜਿਵੇਂ ਕਾਫੀ ਜੱਫੀ ਜੀ ਪਾ ਲੈਂਦੇ ਸੀ। ਇਹ ਮਜਬੂਰੀਆਂ 'ਚੋਂ ਰਿਸ਼ਤੇ ਨਿਕਲਦੇ ਰਹੇ। ਇਹਦਾ ਮਤਲਬ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਦੀ ਉਸ ਜਿਹੜੀ ਆਭਾ ਮੰਡਲ ਹੈ ਉਹ ਸ਼ੌਰੇ ਥੱਲਿਓਂ ਨਿਕਲ ਕੇ ਕੇਂਦਰੀ ਸੱਤਾ ਨਾਲ ਵੀ ਥੋੜਾ ਥੋੜਾ ਤੁਰਨਾ ਪਊਗਾ। ਮੈਨੂੰ ਲੱਗਦਾ ਕਿ ਜੋ ਨਵਜੋਤ ਸਿੰਘ ਸਿੱਧੂ ਕਰ ਰਹੇ ਆ, ਠੀਕ ਆ, ਉਹਨਾਂ ਨੇ ਪੋਲੀਟੀਕਲ ਸਰਵਾਈਵਲ ਲਈ ਕਰਨਾ, ਪਰ ਇਹਨਾਂ ਗੱਲਾਂ ਦਾ ਲੋਕਾਂ ਦੇ ਕੋਈ ਅਸਰ ਨਹੀਂ ਆ। ਲੋਕੀ ਇੰਨੇ ਮੈਚੁਰ ਹੋ ਚੁੱਕੇ ਆ ਕਿ ਉਹਨਾਂ ਨੂੰ ਪਤਾ ਕਿ ਜੇ ਇੱਕ ਮਹੀਨੇ ਦੇ ਵਿੱਚ ਬਿਜਲੀ ਕੋਈ ਬਣਨੀ ਨਹੀਂ ਹੈ, ਕੋਈ ਆਉਣੀ। ਲੋਕੀ ਜਿਹੜੀਆਂ ਸਟਰਕਚਰਲ ਤੇ ਐਗਜ਼ਿਸਟਿੰਗ ਇਸ਼ੂਜ਼ ਹੈਗੇ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਕਿ ਹੁਣ ਇਹ ਤਾਂ ਨਹੀਂ ਹੈਗਾ ਵੀ ਇਹ ਸਰਕਾਰ ਆ ਗਈ ਤੇ ਉੱਥੇ ਜਿਹੜਾ ਹੈਗਾ ਸੀ ਬਿਜਲੀ ਬਣਨੀ ਸ਼ੁਰੂ ਹੋ ਜਾਂਦੀ। ਇਹਨਾਂ ਦੀ ਸਰਕਾਰ ਵੀ ਰਹੀ ਉਹਦੇ ਵਿੱਚੋਂ ਕਰਕੇ। ਸੋ ਇਹ ਮੈਨੂੰ ਲੱਗਦਾ ਕਿ ਠੀਕ ਆ, ਉਹਨਾਂ ਦਾ ਆਪਣਾ ਏਜੰਡਾ ਹੋ ਸਕਦਾ, ਇਹ ਪੋਲੀਟੀਕਲ ਹੋ ਸਕਦਾ, ਇਕੱਠਾ ਕੀਤਾ ਰੌਣਕ ਮੇਲਾ, ਪਰ ਇਹ 'ਚ ਉਹਨਾਂ ਨੂੰ ਨਿਰਾਸ਼ਾ ਮਿਲੂਗੀ ਜੇ ਉਹ ਕਹਿਣਗੇ ਅਸੀਂ ਲੋਕਾਂ ਦੀ ਸਪੋਰਟ ਇਸ ਇਸ਼ੂ ਤੇ ਇਕੱਠੀ ਕਰਾਂਗੇ। ਲੋਕਾਂ ਦਾ ਮਤਲਬ ਉਹ ਨਹੀਂ ਵੀ ਜਿਹੜੇ ਪਾਰਟੀ ਦੇ ਨਹੀਂ ਹੈ, ਲੋਕਾਂ ਦਾ ਹੁੰਦਾ ਜਿਹੜੇ ਤੁਹਾਡੇ ਸਾਡੇ ਵਰਗੇ ਵੀ ਹੋ ਸਕਦੇ, ਜਿਹੜੇ ਵੋਟਾਂ ਪਾਉਣ ਵਾਲੇ ਜਨ ਸਧਾਰਨ ਹੈਗਾ। ਉਹਨਾਂ ਨੂੰ ਉਲਟਾ ਲੱਗਦਾ ਵੀ ਯਾਰ ਇਹ ਹੁਣ ਨਵੀਂ ਨਟੰਕੀ ਸ਼ੁਰੂ ਹੋ ਗਈ ਆ, ਨਵੀਂ ਡਰਾਮੇਬਾਜ਼ੀ ਸ਼ੁਰੂ ਹੋ ਗਈ ਆ। ਇਹ ਆਏ ਪਹਿਲਾਂ ਸੁੱਤੇ ਸੀਗੇ ਹੈ, ਇਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ 5 ਸਾਲ ਸੀ। ਔਰ ਬਹੁਤ ਕੁਝ ਪੁਰਾਣਾ ਕੁਝ ਸੀਗਾ। ਪ੍ਰੋਫੈਸਰ ਸਾਹਿਬ ਲੋਕ ਕਹਿਣ ਲੱਗ ਪਏ ਕਿ ਸਿੱਧੂ ਸਾਹਿਬ ਤੁਹਾਡੇ ਕੋਲ ਸਥਾਨਕ ਸਰਕਾਰਾਂ ਲੈ ਕੇ ਬਿਜਲੀ ਮੰਤਰਾਲਾ ਤੁਹਾਨੂੰ ਦਿੱਤਾ, ਉਦੋਂ ਹੀ ਬੜਾ ਕੁਝ ਗੱਲਾਂ ਕਰਦੇ। ਤੇ ਮੈਨੂੰ ਲੱਗਦਾ ਇਸ ਸਮੇਂ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ ਵੀ ਇਸ ਕਿਸਮ ਦੀ ਜਿਹੜੀ ਪੋਲੀਟੀਕਲ ਨੂੰ ਕਈ ਵੀ ਵੈਸੇ ਉਹਦਾ ਵਰਡ ਬਹੁਤ ਦੂਸਰਾ ਹੈਗਾ, ਸਟੰਟ ਕਹਿ ਦਿੰਦੇ ਆ ਜਾਂ ਪੋਲੀਟੀਕਲ ਡੈਮੋਨਸਟ੍ਰੇਸ਼ਨ ਆ, ਉਹ ਬਹੁਤ ਮੀਨਿੰਗਲੈਸ ਹੈਗੇ ਕਿ ਇਹ ਤੁਸੀਂ ਉੱਥੇ ਜਾ ਕੇ ਨਟੰਕੀ ਕਹਿ ਲਓ, ਜਿੱਦਾਂ ਮਰਜ਼ੀ ਕਹਿ ਲਓ, ਲੋਕਾਂ ਦੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਹੋਊਗਾ। ਇਸ ਮਾਮਲੇ 'ਚ ਭਗਵੰਤ ਮਾਨ ਅਜੇ ਕਿਸੇ ਕਟਹਿਰੇ 'ਚ ਨਹੀਂ ਆਉਣ ਵਾਲਾ, ਘੱਟੋ ਘੱਟ। ਦੂਸਰੀ ਗੱਲ ਰਹੀ ਜਿਹੜੀ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਹੈ। ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਹੈਗਾ ਉਹ ਇੱਕ ਜਿਹੜੀਆਂ ਖਾਸ ਕਰਕੇ ਨੌਨ ਬੀਜੇਪੀ ਗਵਰਨਮੈਂਟਸ ਹੈਗੀਆਂ ਵਾ ਉਹਨਾਂ ਲਈ ਤੇ ਸਾਰੀਆਂ ਸਰਕਾਰਾਂ ਏਦਾਂ ਕਰਦੀਆਂ। ਪਹਿਲਾਂ ਕਾਂਗਰਸ ਵੀ ਏਦਾਂ ਹੀ ਕਰਦੀ ਹੁੰਦੀ ਸੀ। ਇਹ ਜ਼ਿਆਦਾ ਵਿਜ਼ੀਬਲ ਆ। ਕਾਂਗਰਸ ਦੇ ਵੇਲੇ ਇੰਨਾ ਵਿਜ਼ੀਬਲ ਨਹੀਂ ਸੀ ਹੁੰਦਾ, ਉਹ ਇਨਵਿਜ਼ੀਬਲ ਹੁੰਦਾ ਸੀ। ਇਹ ਬਹੁਤ ਵਿਜ਼ੀਬਲ, ਮਤਲਬ ਈਵਨ ਬਾਦਲ ਸਾਹਿਬ ਡਾਕਟਰ ਮਨਮੋਹਨ ਸਿੰਘ ਕੋਲ ਤਾਂ ਸੌਖੀਆਂ ਹੀ ਚੀਜ਼ਾਂ ਕਢਾ ਲਈਆਂ। ਮਨਮੋਹਨ ਸਿੰਘ ਤਾਂ ਖੈਰ ਉਹਨਾਂ ਦਾ ਤਾਂ ਉਹ ਜੀਨੀਅਸ ਸੀ ਨਾ, ਉਹਨਾਂ ਬਾਰੇ ਤੇ ਉਹ ਮੈਨੂੰ ਲੱਗਦਾ ਵੀ ਚਲੋ ਠੀਕ ਹੈ ਰਾਜਨੀਤੀ ਜ਼ਰੂਰ ਕਰਦੇ ਹੋਣਗੇ, ਪਰ ਉਹ ਤਾਂ ਜਿਹੜੀ ਆਪੋਜੀਸ਼ਨ, ਮੈਂ ਇੰਦਰਾ ਗਾਂਧੀ ਦੇ ਸਮੇਂ ਦੀ ਗੱਲ ਕਰਦਾ, ਮੈਂ ਮਨਮੋਹਨ ਸਿੰਘ ਦੇ ਸਮੇਂ ਦੀ ਗੱਲ ਨਹੀਂ ਕਰਦਾ। ਮੈਨੂੰ ਲੱਗਦਾ ਵੀ ਮਨਮੋਹਨ ਸਿੰਘ ਦਾ ਸਮਾਂ ਸੈਂਟਰ ਦੇ ਵਿੱਚ ਜਿਹੜੀਆਂ ਨੌਨ ਕਾਂਗਰਸ ਗਵਰਨਮੈਂਟ ਸੀ ਉਹਨਾਂ ਲਈ ਬਹੁਤ ਵਧੀਆ ਸੀ, ਕਿਉਂਕਿ ਕੋਆਪਰੇਟਿਵ ਫੈਡਰਲਿਜ਼ਮ ਦੀ ਸਿਚੁਏਸ਼ਨ ਸੀ। ਇਹਦੇ ਵਿੱਚ ਨਹੀਂ ਹੈਗਾ। ਬੀਜੇਪੀ ਦੇ ਜਿਹੜੇ ਖਾਸ ਕਰਕੇ ਜਿਹੜੀ ਸਰਕਾਰ ਹੈ ਜਾਂ ਜਿਹੜੇ ਇਹਦੀ ਲੀਡਰਸ਼ਿਪ ਹੈ, ਜਿਹੜੀ ਨੀਤੀ ਆ, ਇਹ ਜਿਹੜੀਆਂ ਆਪੋਜੀਸ਼ਨ ਸਰਕਾਰਾਂ ਪ੍ਰਤੀ ਇਹਨਾਂ ਦਾ ਰਵੱਈਆ ਥੋੜਾ ਹੋਰ ਕਿਸਮ ਦਾ, ਇਸ ਕਰਕੇ ਕਾਊਂਟਰ ਪ੍ਰੋਡਕਟਿਵ ਬਹੁਤ ਹੋ ਰਿਹਾ। ਮਮਤਾ ਜਿਹੜੀ ਆ ਉਹ ਆਪਣੀ ਬੋਲੀ ਬੋਲਦੀ ਆ, TRS ਵਾਲੇ ਜਿਹੜਾ ਸੀ ਤੇਲੰਗਾਨਾ ਵਾਲੇ ਜਿਹੜੇ ਹੈਗੇ ਸੀ, ਉਹਨੇ ਕਿਸ ਤਰੀਕੇ ਦੇ ਨਾਲ ਉਹਨੇ ਪ੍ਰੋਟੈਸਟ ਕੀਤਾ, ਉੱਥੇ ਆਣ ਕੇ ਕੀਤਾ। ਤੋ ਭਗਵੰਤ ਮਾਨ ਦਾ ਸਾਡਾ ਹਿੱਸਾ ਬਣਦਾ, ਅਸੀਂ ਕੋਈ ਮੰਗਦੇ ਨਹੀਂ ਗੇ,
ਜਿਹੜਾ ਕੋਲ ਹੈਗਾ ਵਾ, ਕਿਉਂਕਿ ਇਹਨਾਂ ਨੇ ਪਿੱਛੇ ਜੇ ਹਰਿਆਣੇ ਨੂੰ ਐਲੋਕੇਟ ਕਰਤਾ, ਪੰਜਾਬ ਨੂੰ ਨਹੀਂ ਕੀਤਾ। ਜੀ। ਫਿਰ ਮੈਂ ਗੱਲ ਇਹੀ ਕਹਿਣਾ ਵਾ ਕਿ ਕੇਂਦਰੀ ਪੂਲ ਚੋਂ ਜਿਹੜੀ ਬਿਜਲੀ ਦੇਣੀ ਸੀ ਉਹ ਚ ਹਰਿਆਣੇ ਨੂੰ ਨੰਬਰ 1 ਤੇ ਰੱਖ ਲਿਆ, ਭਾਵੇਂ ਕੋਰਟ ਨੇ ਮੈਂ- ਬਾਅਦ ਚ ਰੋਕਤਾ। ਹਾਂ, ਪਰ ਇਹ ਲੋਕ ਇਹ ਗੱਲਾਂ ਸਮਝਦੇ ਆ ਵੀ ਕੇਂਦਰ ਨੇ ਸਾਡੇ ਨਾਲ ਕਰਨਾ, ਇਹ ਬੜੀ ਚੰਗੀ ਗੱਲ ਆ, ਇਹ ਸਰਕਾਰ ਦੇ ਫੇਵਰ 'ਚ ਜਾਂਦਾ ਵਾ। ਲੋਕਾਂ ਨੂੰ ਇਹ ਪਤਾ ਹੈਗਾ ਵੀ ਇਹ ਬੀਜੇਪੀ ਦੀ ਸੈਂਟਰ ਸਰਕਾਰ ਨੇ ਭਗਵੰਤ ਮਾਨ ਦੇ ਨਾਲ ਇਦਾਂ ਹੀ ਕਰਨਾ ਹੈ, ਤੇ ਇਸ ਕਰਕੇ ਲੋਕਾਂ ਦੀ ਸਪੋਰਟ ਇਸ ਮੁੱਦੇ ਤੇ ਇਹਨਾਂ ਨੂੰ ਹੈਗੀ ਆ। ਦੂਸਰੀ ਗੱਲ ਇਹ ਹੈਗੀ ਆ ਕਿ ਸਾਡਾ ਹਿੱਸਾ ਬਣਦਾ, ਸਾਡਾ ਜਿਹੜਾ ਸ਼ੇਅਰ ਹੈਗਾ ਵਾ, ਸਾਡਾ ਜਿਹੜਾ ਰਾਈਟ ਹੈਗਾ, ਉਹਨੂੰ ਮੈਂ ਕਹਿੰਦਾ ਵੀ ਬੜਾ ਤਗੜੇ ਤਰੀਕੇ ਦੇ ਨਾਲ ਭਗਵੰਤ ਮਾਨ ਉਹਨਾਂ ਨੂੰ ਦਿੱਲੀ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਰੇਜ਼ ਕਰਨਾ ਚਾਹੀਦਾ, ਕਿਉਂਕਿ ਭਗਵੰਤ ਮਾਨ ਇਸ ਵੇਲੇ ਇੱਕ ਕਿਸਮ ਦੀ ਜਿਹੜੀ ਨਾ ਉਹਨੂੰ ਕਹਿੰਦੇ ਕਿ ਇੱਕ ਜਿਹੜੀ ਵੱਖਰੀ ਕਿਸਮ ਦੀ ਆਸ ਦੇ ਤੌਰ ਦੇ ਉੱਤੇ ਕਿ ਜੇ ਇਹ ਆਮ ਆਦਮੀ ਪਾਰਟੀ, ਜੇ ਰੀਜਨਲ ਪਾਰਟੀਆਂ ਦਾ ਜਿਹੜਾ ਰੋਲ ਸੀ, ਜੇ ਭਗਵੰਤ ਮਾਨ ਹੁਣੀ ਪੰਜਾਬ ਦੀ ਪਾਰਟੀ ਬਣ ਕੇ ਪੰਜਾਬ ਦੇ ਹਿੱਤਾਂ ਨੂੰ ਰਿਪਰੈਜ਼ੈਂਟ ਕਰਕੇ, ਨੈਸ਼ਨਲ ਹੈਗੀ ਆ, ਨੈਸ਼ਨਲ ਜੇ ਬਣੀ ਨਹੀਂ ਗਈ, ਇਹ ਕਿਤੇ ਇਸ ਕਿਸਮ ਦੀ ਵੌਇਸ ਇਕੱਠੀ ਕਰਦੀ ਆ ਜਿਹੜੀਆਂ ਨੌਨ ਬੀਜੇਪੀ ਹੋਰ ਸਰਕਾਰਾਂ ਹੈ ਜਿਨ੍ਹਾਂ ਦੇ ਨਾਲ ਸਾਰਾ ਵਰਤਾਰਾ ਹੋ ਰਿਹਾ, ਤੇ ਮੈਨੂੰ ਲੱਗਦਾ ਵੀ ਇਕੱਠਿਆਂ ਹੋ ਕੇ ਸਾਰਿਆਂ ਨੂੰ ਇਹ ਤੇ ਪ੍ਰੈਸ਼ਰ ਪਾਉਣਾ ਚਾਹੀਦਾ। ਜੇ ਉਹ ਨਹੀਂ ਮੰਨਦੇ ਤੇ ਇਹਨਾਂ ਨੂੰ ਘੱਟੋ ਘੱਟ ਆਪਣਾ ਜਿਹੜਾ ਮੁੱਦਾ ਹੈ ਜ਼ੋਰ ਸ਼ੋਰ ਦੇ ਨਾਲ ਉੱਥੇ, ਚਾਹੇ ਪ੍ਰੈਸ ਕਾਨਫਰੰਸ ਕਰਨ, ਚਾਹੇ ਉਹਨਾਂ ਨੂੰ ਮਿਲ ਕੇ ਆਉਣ, ਚਾਹੇ ਜੇ ਜੋ ਵੀ ਤਰੀਕਾ ਹੁੰਦਾ, ਪਿਆਰ ਵਾਲਾ ਤਰੀਕਾ ਵੀ ਹੈਗਾ ਵਾ, ਉਹਨੂੰ ਰਿਕੁਐਸਟ ਵਾਲਾ ਤਰੀਕਾ ਹੈਗਾ ਵੀ ਸਾਡਾ ਹਿੱਸਾ ਬਣਦਾ। ਜੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲਦੀ ਜਾਂ ਬਿਜਲੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਖਲਨ ਪੈਂਦਾ ਤੇ ਉਹਦੇ ਨਾਲ ਫਿਰ ਹੋਰ ਸਾਡੀ ਸਮੱਸਿਆ ਹੋਊਗੀ। ਉਹਨਾਂ ਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਲੋਕੀ ਖੜੇ ਹੋਣਗੇ ਤੇ ਰੇਲਾਂ ਰੋਕ ਦੇਣਗੇ। ਉਹ ਚਾਹੁੰਦੇ ਆ ਵੀ ਰੇਲਾਂ ਰੁਕ ਜਾਣ, ਉਹ ਚਾਹੁੰਦੇ ਆ ਰਸਤੇ ਰੁਕ ਜਾਣ। ਉਹਨਾਂ ਨੂੰ ਕੀ ਫਰਕ ਪੈਂਦਾ? ਨਹੀਂ, ਉਹ ਤੁਹਾਡਾ ਜਿਹੜੇ ਫੂਡ ਗ੍ਰੇਨ ਦੀ ਇੱਥੇ ਮੂਵਮੈਂਟ ਨਹੀਂ ਹੋਊਗੀ, ਬਾਹਰੋਂ ਜੋ ਸਮਾਨ ਇੱਥੇ ਨਹੀਂ ਹੋਊਗਾ। ਪੰਜਾਬ ਦਾ ਬਹੁਤ ਵੱਡਾ ਡੈਮੇਜ ਹੋਇਆ ਪਹਿਲੇ ਸਮੇਂ ਦੇ ਵਿੱਚ, ਜਦੋਂ ਰੇਲ ਗੱਡੀਆਂ ਰੋਕੀਆਂ ਗਈਆਂ ਵਾ ਜਾਂ ਜਦੋਂ ਇਹ ਸੜਕਾਂ ਰੋਕੀਆਂ ਗਈਆਂ ਵਾ, ਖਾਸ ਕਰਕੇ ਜਿਹੜਾ ਸਾਡਾ ਢੋਆ ਢਵਾਈ ਦਾ ਸਮਾਨ ਸੀਗਾ ਉਹਦੇ ਉੱਤੇ ਪਿਆ। ਕੇਂਦਰ ਚਾਹੂਗਾ ਕਿ ਇਹਨੂੰ ਹੋਰ ਜ਼ਿਆਦਾ ਜਿਹੜਾ ਨਾ ਸਕਰੂ ਟਾਈਟ ਕੀਤੇ ਜਾਣ, ਪਰ ਮੈਨੂੰ ਲੱਗਦਾ ਕਿ ਬਾਤਚੀਤ ਦੇ ਤਰੀਕੇ ਦੇ ਨਾਲ, ਆਰਗੂਮੈਂਟ ਦੇ ਤਰੀਕੇ ਦੇ ਨਾਲ, ਜਾਂ ਜਿਹੜਾ ਸਾਡਾ ਸ਼ੇਅਰ ਬਣਦਾ ਉਹਦੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਰੇਸ ਕਰਨਾ ਚਾਹੀਦਾ ਪਬਲਿਕਲੀ ਜਿਹੜਾ ਇੱਥੇ। ਔਰ ਫਿਰ ਉਹਦੇ ਨਾਲ ਜਿਹੜਾ ਇੱਕ ਤਾਂ ਪੰਜਾਬ ਦੇ ਲੋਕ ਨਾਲ ਹੋਣਗੇ, ਇੱਕ ਪਤਾ ਵੀ ਲੱਗੂਗਾ ਵੀ ਪੰਜਾਬ ਲੀਡ ਲੈ ਰਿਹਾ। ਜਿਹੜਾ ਪੰਜਾਬ 70s ਦੇ ਵਿੱਚ ਜਾਂ ਲੇਟ 60 ਦੇ ਵਿੱਚ ਜਾਂ 80s ਦੇ ਵਿੱਚ ਜਿਹੜੀਆਂ ਨੌਨ ਕਾਂਗਰਸ ਰੀਜਨਲ ਪਾਰਟੀਆਂ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਕਨਕਲੇਵ ਕਰਦਾ ਹੁੰਦਾ ਸੀਗਾ। ਅਕਾਲੀ ਦਲ ਇਹਦੇ ਚ ਕਾਫੀ ਮੋਹਰੀ ਰੋਲ ਕਰਦਾ ਰਿਹਾ ਸੀ। ਮੈਂ ਵੈਸੇ ਇਹ ਤੁਸੀਂ ਗੱਲ ਤੇ ਚੰਗੀ ਛੇੜ ਲਈ ਆ। ਭਗਵੰਤ ਮਾਨ ਨੂੰ ਇਹ ਫੇਵਰ ਵੀ ਹੈ ਕਿ ਉਹਦੇ ਉੱਤੇ ਕੋਈ ਪੁਰਾਣਾ ਇਲਜ਼ਾਮ ਹੈ ਨਹੀਂ, ਉਹਦੇ ਤੇ ਕੋਈ ਕੇਂਦਰੀ ਏਜੰਸੀ ਚੜ ਕੇ ਨਹੀਂ ਆ ਸਕਦੀ ਅਜੇ ਫਿਲਹਾਲ, ਲੇਕਿਨ ਉਹਦੇ ਸਾਹਮਣੇ ਇੱਕ ਲਿਮਿਟੇਸ਼ਨ ਵੀ ਹੈ, ਉਹਦੀ ਕਮਜ਼ੋਰੀ ਵੀ ਹੈ ਕਿ ਕੀ ਉਹ ਕੇਜਰੀਵਾਲ ਨੂੰ ਉਲੰਘ ਕੇ ਖੇਤਰੀ ਪਾਰਟੀਆਂ ਜਾਂ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸੰਵਾਦ ਵਿੱਚ ਜਾ ਸਕਦਾ, ਕਿਉਂਕਿ ਜਦੋਂ ਕਿ ਕੇਜਰੀਵਾਲ ਖੁਦ ਵੀ ਬੀਜੇਪੀ ਦੇ ਖਿਲਾਫ ਇੱਕ ਆਪ ਚਿਹਰਾ ਹੈ। ਦੂਜੀ ਗੱਲ ਇਹ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਮੇਂ ਤੋਂ ਪਹਿਲਾਂ ਕੇਜਰੀਵਾਲ ਨੇ ਮੁਹਾਜ਼ ਵਿੱਢ ਲਿਆ ਬੀਜੇਪੀ ਨਾਲ, ਉਹ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨਾਲ ਵੀ ਮੜਿਕ ਰਿਹਾ, ਖੇਤਰੀ ਪਾਰਟੀਆਂ ਦੇ ਖਿਲਾਫ ਵੀ ਉਹ ਖੜਾ ਹੋ ਰਿਹਾ, ਔਰ ਉਹ ਜਿਵੇਂ ਉਹ ਹਰਿਆਣੇ ਦੇ ਵਿੱਚ ਹੈ ਜਾਂ ਕਿਤੇ ਬਾਕੀ ਥਾਵਾਂ ਦੇ ਉੱਤੇ ਆ, ਕੇਜਰੀਵਾਲ ਅਲੱਗ ਥਲੱਗ ਵੀ ਆਪਣੇ ਆਪ ਨੂੰ ਪਾ ਰਿਹਾ, ਜਾਂ ਉਹ ਚਿਹਰਾ ਬਣਦਾ, ਉਹਦੀ ਸ਼ੌਹਰੇ ਥੱਲੇ ਨਿਕਲ ਕੇ ਭਗਵੰਤ ਮਾਨ ਦੂਜੀਆਂ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਚਲਾ ਲੇ, ਔਖਾ ਜਿਹਾ ਨਹੀਂ ਲੱਗਦਾ? ਕਿਉਂ ਨਹੀਂ ਹੋ ਸਕਦਾ? ਮੁੱਖ ਮੰਤਰੀ ਦੇ ਤੌਰ ਤੇ ਕਰ ਸਕਦਾ, ਹੋ ਸਕਦਾ, ਇਹ ਸਾਰਾ ਕੁਝ ਹੋ ਸਕਦਾ, ਪਰ ਭਗਵੰਤ ਮਾਨ ਨੂੰ ਇਨੀਸ਼ੀਏਟਿਵ ਲੈਣਾ ਪਊਗਾ। ਭਗਵੰਤ ਮਾਨ ਨੂੰ ਜਿਹੜਾ, ਪਰ ਉਹਨੂੰ ਆਪਣੇ ਸੁਪਰੀਮੋ ਨੂੰ ਸਮਝਾਉਣਾ ਵੀ ਪਊਗਾ। ਨਹੀਂ, ਮੈਂ ਕਹਿੰਦਾ ਸੁਪਰੀਮੋ ਹੈਗਾ, ਆਰਗੂਮੈਂਟ ਹੈਗਾ ਨਾ, ਉਹਨੇ ਹੁਣ ਸੁਪਰੀਮੋ ਨੂੰ ਖੁਸ਼ ਕਰਨਾ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨਾ। ਇਹ ਭਗਵੰਤ ਮਾਨ ਨੂੰ 92 ਬੰਦੇ ਜਿੱਤੇ ਨੇ, ਕੁਰਸੀ ਵੀ ਰੱਖਣੀ ਹੈ ਕਾਇਮ ਕਿ ਨਹੀਂ? ਕੁਰਸੀ ਨਹੀਂ ਜਾਂਦੀ। ਵੇਖੋ, ਭਗਵੰਤ ਮਾਨ ਦੀ ਕੁਰਸੀ ਜਿਹੜੀ ਆ 5 ਸਾਲ ਤੱਕ ਪੱਕੀ ਆ। 5 ਸਾਲ ਦੇ ਵਿੱਚ ਉਹ ਕੀ ਪਰਫਾਰਮ ਕਰਦਾ ਵਾ, ਫਿਰ ਉਹ ਜਿਹੜਾ ਉਹ ਤੋਂ ਅੱਗੇ ਜਿਹੜਾ ਹੈਗਾ ਅਗਲੇ ਪਾਸੇ ਚੱਲੂਗਾ। ਤਾਂ ਇਸ ਕਰਕੇ ਤੁਹਾਨੂੰ ਲੱਗਦਾ ਜੇ ਉਹ ਆਪਣਾ ਵਿਊ ਪੁਆਇੰਟ ਰੱਖਦਾ ਹੈ, ਹਲਕਾ ਫੁਲਕਾ ਰਿਵੋਲਟ ਕਰਦਾ ਹੈ, ਉਹਨਾਂ ਦੇ ਅੱਗੇ ਥੋੜਾ ਜਿਹਾ ਆਪਣਾ ਦਮ ਦਿਖਾਉਂਦਾ ਹੈ, ਤਾਂ ਫਿਰ ਵੀ ਉਹਦੀ ਕੁਰਸੀ ਕਾਇਮ ਰਹੂਗੀ? ਕੁਰਸੀ 92 ਆ ਨਾ, ਕਿੰਨੇ ਲੋਕ ਚੱਲ ਜਾਣਗੇ? ਕਿਹੜੇ ਲੋਕ ਦਿੱਲੀ ਨਾਲ ਐਲੀਜੈਂਸ ਲੈਣਗੇ ਉਹਦੇ ਵਿੱਚੋਂ? ਕੀ ਉਹਨਾਂ ਲੋਕਾਂ ਨੂੰ ਆਪਣਾ ਫਿਊਚਰ ਦਿਖਾਈ ਨਹੀਂ ਦਿੰਦਾ? ਹਰ ਐਮਐਲਏ ਇੱਕ ਵਾਰੀ ਚੁਣ ਕੇ ਦੂਸਰੀ ਵਾਰ ਚੁਣਿਆ ਜਾਣਾ ਚਾਹੁੰਦਾ। ਚੁਣਨਾ ਦਿੱਲੀ ਵਾਲਿਆਂ ਥੋੜਾ, ਚੁਣਨਾ ਤਾਂ ਪੰਜਾਬ ਵਾਲਿਆਂ ਲੋਕਾਂ ਨੇ ਆ। ਤਾਂ ਇਸ ਕਰਕੇ ਜੋ ਪੰਜਾਬ ਦੇ ਲੋਕਾਂ ਦੀ ਨਬਜ਼ ਹੈਗੀ ਆ, ਉਹਨੂੰ ਪਛਾਣਨ ਦੀ ਲੋੜ ਹੈਗੀ ਆ। ਔਰ ਪੰਜਾਬ ਦੇ ਲੋਕਾਂ ਦੀ ਨਬਜ਼ ਇਹ ਹੈਗੀ ਆ ਕਿ ਉਹਨਾਂ ਨੂੰ ਭਗਵੰਤ ਮਾਨ ਨੂੰ ਉਹਨਾਂ ਨੇ ਜਿਹੜਾ ਹੈਗਾ ਆਪਣਾ ਮੁੱਖ ਮੰਤਰੀ ਚੁਣਿਆ। ਇਸ ਕਰਕੇ ਭਗਵੰਤ ਮਾਨ, ਹਾਂ ਠੀਕ ਆ, ਪਾਰਟੀ ਹੈਗੀ ਆ, ਨੈਸ਼ਨਲ ਪਾਰਟੀ ਅਜੇ ਬਣੀ ਨਹੀਂ ਹੈ, ਉਹਨਾਂ ਦੀਆਂ ਆਪਣੀਆਂ ਐਕਸਪੈਕਟੇਸ਼ਨਸ ਹੈਗੀਆਂ ਵਾ। ਜੇ ਉਹ ਇਹਨਾਂ ਦੇ ਰਸਤੇ 'ਚ ਆਉਂਦੇ ਆ, ਇਹ ਠੀਕ ਆ, ਤੁਹਾਡੀ ਗੱਲ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਕੇਜਰੀਵਾਲ ਕਾਂਗਰਸ ਪਾਰਟੀ ਦੀ ਇੱਕ ਕਿਸਮ ਦੀ ਏ ਟੀਮ ਬਣਨ ਨੂੰ ਜਾ ਰਿਹਾ। ਹਾਂ, ਬਿਲਕੁਲ। ਮਤਲਬ ਮੈਂ ਬੀਜੇਪੀ ਦੀ ਬੀ ਟੀਮ ਨਹੀਂ ਕਹਿ ਰਿਹਾ, ਮੈਂ ਕਾਂਗਰਸੀ, ਕਿਉਂਕਿ ਜਿਹੜਾ ਏਜੰਡਾ ਕਾਂਗਰਸ ਨੂੰ ਉਠਾਉਣਾ ਚਾਹੀਦਾ ਸੀਗਾ, ਖਾਸ ਕਰਕੇ ਜਿਹੜੀਆਂ ਕਸ਼ਮੀਰ ਫਾਈਲ ਦੀ ਗੱਲ ਸੀਗੀ, ਜਾਂ ਅਜੇ ਕੁਝ
ਇਸ਼ੂ ਦੇ ਉੱਤੇ ਸਾਇਲੈਂਟ ਹੈਗਾ ਵਾ, ਹਾਂ ਪਰ ਉਹ ਚਾਹੁੰਦਾ ਕਿ ਕਾਂਗਰਸ ਕਿਉਂਕਿ ਹੌਲੀ ਹੌਲੀ ਵੀਕ ਹੋ ਰਹੀ ਆ, ਬੀਜੇਪੀ ਤਗੜੀ ਹੋ ਰਹੀ ਆ। ਪੰਜਾਬ ਜਿੱਤਣ ਤੋਂ ਬਾਅਦ ਉਹਦੀ ਥੋੜੇ ਉਹ ਵੋਕਲ ਹੋਇਆ, ਉਸ ਤੋਂ ਪਹਿਲਾਂ ਉਹਦੀ ਸ਼ਾਂਤੀ ਸੀ, ਭਾਵੇਂ ਧਾਰਾ 370 ਜਾਂ ਬਾਕੀ ਤੁਸੀਂ ਦੱਸੀਆਂ ਹੀ ਗੱਲਾਂ ਸਾਰੀਆਂ, ਉਹ ਤੁਸੀਂ ਆਪਣੀ ਗੱਲ ਜਾਰੀ ਰੱਖੋ। ਹੁਣ ਥੋੜਾ ਵੋਕਲ ਹੈ, ਸ਼ਾਇਦ ਉਹਨੂੰ ਲੱਗਦਾ ਵੀ ਇਹ ਸਿਲਸਿਲਾ ਬਣ ਜੂ ਅੱਗੇ। ਨਹੀਂ, ਇਹ ਤੋਂ ਬਿਨਾਂ ਗੁਜ਼ਾਰਾ ਹੀ ਕੋਈ ਨਹੀਂਗਾ। ਦੇਖੋ, ਜੇ ਤੁਸੀਂ ਉਹਨੂੰ ਕਨਫਰੰਟ ਕਰਨਾ ਵਾ, ਤੁਸੀਂ ਤੁਹਾਡੇ ਜਿਹੜਾ ਕੰਪੀਟੀਸ਼ਨ ਹੈਗਾ ਵਾ ਉਹ ਬੀਜੇਪੀ ਦੇ ਨਾਲ ਹੈ। ਕਾਂਗਰਸ ਕਿੱਥੇ ਆ? ਕਾਂਗਰਸ ਵੇਖੋ ਹੁਣ ਤੁਹਾਡਾ ਜਿਨ੍ਹਾਂ ਸਟੇਟਾਂ 'ਚ ਹੁਣ ਇਲੈਕਸ਼ਨ ਹੋਈ ਆ, ਜਿੱਥੇ ਕਾਂਗਰਸ ਦੀ ਪੋਸੀਬਿਲਿਟੀ ਸੀ ਪਾਵਰ ਦੇ ਵਿੱਚ ਆਉਣ ਦੀ, ਨਹੀਂ ਆਏ। ਵੱਡੀਆਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਗਜ਼ਿਸਟੈਂਸ ਅਜੇ ਬਹੁਤ ਜ਼ਿਆਦਾ ਬਣ ਨਹੀਂ ਰਹੀ। ਨਾ ਮੱਧ ਪ੍ਰਦੇਸ਼ ਦੇ ਵਿੱਚ ਹੈਗੀ ਆ, ਨਾ ਰਾਜਸਥਾਨ 'ਚ ਬਣਦੀ ਆ, ਯੂਪੀ 'ਚ ਆਪਾਂ ਦੇਖ ਲਿਆ। ਇਵਨ ਛੋਟੀਆਂ ਸਟੇਟਾਂ ਦੇ ਵਿੱਚੋਂ ਵੀ ਆਲਮੋਸਟ ਉੱਤਰਾਖੰਡ ਦੇ ਵਿੱਚ ਪੋਸੀਬਿਲਿਟੀ ਸੀ, ਵਰਗੀ ਜਗ੍ਹਾ ਤੇ ਗੋਆ ਵਾਲੇ ਜੋ ਬਾਹਰ ਨਿਕਲੇ 2 ਸੀਟਾਂ ਆ ਗਈਆਂ, ਕੋਈ ਬਹੁਤਾ ਫਰਕ ਨਹੀਂ ਪੈਂਦਾ, ਗੁਜਰਾਤ 'ਚ ਫਰਕ ਨਹੀਂ ਪੈਂਦਾ। ਤਾਂ ਦੂਸਰੇ ਪਾਸੇ ਤੁਹਾਡੀਆਂ ਰੀਜਨਲ ਪਾਰਟੀਜ਼ ਹੈਗੀਆਂ, TRS ਨਹੀਂ ਲਾਗੇ ਲੱਗਣ ਦਊਗੀ, ਫਿਰ ਉਹ ਜਿਹੜੀ ਤੁਹਾਡੀ ਹੈਗੀ ਆ ਦੂਸਰੀ ਜਿਹੜੀ ਬਣੀ ਆ ਆਂਧਰਾ ਪ੍ਰਦੇਸ਼ ਵਾਲੀ, ਉਹ ਲਾਗੇ ਨਹੀਂ ਲੱਗਣ ਦੇਣਗੇ, ਸਾਊਥ ਵਾਲੀ ਲੱਗਣ ਦੇਣਗੇ, ਲੈਫਟ ਨਹੀਂ ਲਾਗੇ ਲੱਗਣ ਦਊਗਾ, ਮਮਤਾ ਨਹੀਂ ਲੱਗਣ ਦਊਗੀ। ਤਾਂ ਰਹਿ ਖੈ ਕੇ ਬਚਿਆ ਕੀ ਇਹਦੇ ਕੋਲੋਂ? ਹਰਿਆਣਾ ਤੇ ਹਿਮਾਚਲ, ਜਿੱਥੇ ਜਿੱਥੇ ਕਾਂਗਰਸ ਸੀ। ਮੈਨੂੰ ਨਹੀਂ ਲੱਗਦਾ ਕਿ ਜਿਹੜਾ ਰਿਸਪੌਂਸ ਪੰਜਾਬ ਦੇ ਵਿੱਚ ਇਸ ਪਾਰਟੀ ਨੂੰ ਮਿਲਿਆ ਜਾਂ ਪੰਜਾਬ ਦੇ ਲੋਕਾਂ ਨੇ ਦਿੱਤਾ। ਪੰਜਾਬ ਦੇ ਲੋਕਾਂ ਦੀ ਆਦਤ ਹੈਗੀ ਨਵੇਂ ਐਕਸਪੈਰੀਮੈਂਟ ਕਰਨ ਦੀ, ਕਰਦੇ ਇਹ ਚੁੱਕਦੇ ਵੀ ਤਾਂ ਹੈਗੇ ਆ ਤੇ ਫਿਰ ਮੁੜ ਕੇ ਕਈ ਪੈਰੀ ਬਹੁਤ ਖਿੱਚਦੇ ਆ। BSP ਨਾਲ ਵੀ ਇਦਾਂ ਹੋਇਆ ਸੀਗਾ, ਜਾਂ ਹੋਰ ਜਿਹੜੀ ਇਸ ਕਿਸਮ ਦੀ ਜਿਹੜੇ ਲੀਡਰ ਵੀ ਇੱਥੇ ਵੱਡੇ ਵੱਡੇ ਆਏ, ਫਿਰ ਹੌਲੀ ਹੌਲੀ ਲੀਡਰ ਡਿਸਪੀਅਰ ਹੋ ਗਏ। ਆਪਾਂ ਅਮਰਿੰਦਰ ਸਿੰਘ ਦੀ ਗੱਲ ਕਰ ਲਈ, ਕਿੰਨਾ ਪਿਆਰ ਕੀਤਾ। ਮਤਲਬ 12 ਦੇ ਵਿੱਚ ਸੁਖਬੀਰ ਇੰਜ ਲੱਗਦਾ ਕਲਟ ਬਣ ਗਿਆ ਸੀ, ਮੈਨੇਜਮੈਂਟ ਬੜੀ। ਬਾਦਲ ਸਾਹਿਬ ਸੀਗਾ, ਬਾਦਲ ਸਾਹਿਬ ਦੀ ਕਹੇ ਤੇ ਫੁੱਲ ਚੜਾਉਂਦੇ ਹੁੰਦੇ ਸੀ, ਉਹ ਕਿੱਥੇ ਹੋਇਆ? ਤਾਂ ਇਹ ਤਾਂ ਕਿਸੇ ਉਸ ਹਿਸਾਬ ਨਾਲ ਹੈ ਨਹੀਂ ਨਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਭਗਵੰਤ ਮਾਨ ਹੋਣਾ ਨੂੰ ਪੰਜਾਬ ਨੂੰ ਸੈਂਟਰ 'ਚ ਰੱਖਣਾ ਪਊਗਾ। ਜੇ ਉਹ ਪੰਜਾਬ ਨੂੰ ਸੈਂਟਰ 'ਚ ਨਹੀਂ ਰੱਖਦੇ ਤੇ ਫਿਰ ਸ਼ਾਇਦ ਉਹਨਾਂ ਲਈ ਵੀ ਬਹੁਤ ਲੰਮਾ ਸਮਾਂ ਸਮੱਸਿਆ ਆ ਜਾਊਗੀ, ਲੋਕੀ ਸਵਾਲ ਖੜੇ ਕਰਨੇ ਸ਼ੁਰੂ ਕਰ ਦੇਣਗੇ। ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ ਹੈ ਕਿ ਉਹਨਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ ਟੈਕਨੀਕਲ ਬੰਦਿਆਂ ਨੇ ਜਵਾਬ ਨਹੀਂ ਦੇਣਾ। ਦੇ ਨੀਡ ਪੋਲੀਟੀਕਲ ਲੋਕ। ਅਜੇ ਹਨੀਮੂਨ ਪੀਰੀਅਡ ਚੱਲਣ ਰਿਹਾ ਹੈ, ਲੋਕੀ ਇਹਨਾਂ ਤੇ ਕੋਈ ਸਵਾਲ ਨਹੀਂ ਕਰਦਾ, ਔਰ ਲੱਗਦਾ ਹੈ ਕਿ ਬਹੁਤ ਸਾਫ਼ ਨੀਤ ਦੇ ਨਾਲ ਜਿਹੜੇ ਵੀ ਇਹ ਸਟੈਪ ਲੈ ਰਹੇ ਆ, ਉਹਦਾ ਜਿਹੜਾ ਹੈਗਾ ਵਾ ਉਹ ਸਾਫ਼ ਨੀਤ ਨਾਲ ਲੈ ਰਹੇ ਆ। ਔਰ ਜਿਹੜੇ ਦੇ MLAs ਵੀ ਉਹਨਾਂ ਦਾ ਕੋਈ ਬੈਗੇਜ ਨਹੀਂ ਹੈਗਾ, ਉਹ ਵੀ ਲੱਗੇ ਆਪਣਾ ਕੰਮ ਕਰਨ ਵਾਸਤੇ। ਪਰ ਇਹ ਰਾਜਨੀਤੀ ਇੱਕ ਬੜੀ ਡਿਫਰੈਂਟ ਕਿਸਮ ਦੀ ਖੇਡ ਆ। ਇਹਨੂੰ ਲੰਮੇ ਸਮੇਂ ਤੱਕ ਲਿਜਾਣ ਵਾਸਤੇ ਇੱਕ ਵੱਖਰੀ ਕਿਸਮ ਦੀ ਸਟ੍ਰੈਟਜੀ, ਵੱਖਰੀ ਕਿਸਮ ਦਾ ਜਿਹੜਾ ਹੈਗਾ ਸਟੈਂਡ, ਜਾਂ ਵੱਖਰੀ ਕਿਸਮ ਦੀ ਇੱਕ ਕਮਾਂਡ ਓਬੀਡੀਐਂਸ ਰਿਲੇਸ਼ਨਸ਼ਿਪ ਜਿਹੜੀ ਉਹ ਚਾਹੀਦੀ ਆ, ਤੇ ਜਿਹੜੀ ਕਿ ਮੈਨੂੰ ਲੱਗਦਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜੀ ਆ ਉਹ ਪੰਜਾਬ ਚੋਂ ਹੀ ਪੈਦਾ ਕਰਕੇ ਆਪਣੀ ਜਿਹੜੀ ਐਗਜ਼ਿਸਟੈਂਸ ਹੈਗੀ ਆ ਉਹਨੂੰ ਸ਼ੋਅ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਔਰ ਆਮ ਆਦਮੀ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਾਂਗ ਹੀ ਆਪਣਾ ਇੱਕ ਢਾਂਚਾ ਵਿਕਸਿਤ ਕਰਨਾ ਪਊਗਾ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨਾ ਪਊਗਾ। ਅਜੇ ਤੱਕ ਸਿਰਫ ਤੇ ਸਿਰਫ ਅਸੀਂ ਬਦਲਾਅ ਦੀ ਗੱਲ ਹੀ ਕਰਦੇ ਸੁਣਦੇ ਆਏ ਆ। ਇਹਨੂੰ ਅਜੇ ਐਸਟੈਬਲਿਸ਼ ਕਰਨਾ ਕਿ ਬਦਲਾਅ ਹੋ ਗਿਆ, ਇਹ ਅਜੇ ਦੂਰ ਦੀ ਕੌਡੀ ਆ। ਸਾਡੇ ਕੋਲ ਇੱਕ ਅਤ ਅਹਿਮ ਵਿਸ਼ਾ ਸੀ ਜਿਹੜਾ ਅਸੀਂ ਹੁਣ ਛੱਡ ਰਹੇ ਹਾਂ, ਕੱਲ ਹੀ ਛੱਡ ਰਹੇ ਹਾਂ, ਕਿ ਅਕਾਲੀ ਦਲ ਵਰਗੀ ਪਾਰਟੀ ਜਿਹਨੇ ਇਲੈਕਸ਼ਨ 'ਚ ਇੰਨਾ ਬੁਰਾ ਵੀ ਨਹੀਂ ਕੀਤਾ, ਕਈ ਜਗ੍ਹਾ ਤੇ ਉਹ ਕਾਫੀ ਫਾਈਟ ਦੇ ਵਿੱਚ ਨਜ਼ਰ ਆਏ ਵੀ ਆ, ਲੇਕਿਨ ਜਿਸ ਤਰ੍ਹਾਂ ਦਾ ਸਨਾਟਾ, ਜਿਸ ਤਰ੍ਹਾਂ ਦੀ ਉਦਾਸੀਨਤਾ ਉਹਨਾਂ 'ਚ ਨਜ਼ਰ ਆ ਰਹੀ ਆ, ਜਿਸ ਤਰੀਕੇ ਨਾਲ ਉਹਨਾਂ ਦੀਆਂ ਸਰਗਰਮੀਆਂ ਠੱਪ ਨੇ, ਮੀਡੀਆ ਦੇ ਵਿੱਚ ਜ਼ਿਕਰ ਨਦਾਰਦ ਨੇ, ਜਿਸ ਤਰੀਕੇ ਨਾਲ ਨੈਗੇਟਿਵ ਖਬਰਾਂ ਵੀ ਉਹਨਾਂ ਦੀਆਂ ਨਹੀਂ ਬਣ ਰਹੀਆਂ, ਇਹਦਾ ਮਤਲਬ ਹੈ ਕਿ ਅਜੇ ਉਹਨਾਂ ਨੂੰ ਕਾਫੀ ਕੁਝ ਕਰਨ ਦੀ ਲੋੜ ਆ। ਇੰਨੀ ਢੇਰੀ ਢਾਉਣ ਦੀ ਲੋੜ ਨਹੀਂ ਸੀ। ਸੁਖਬੀਰ ਸਿੰਘ ਬਾਦਲ ਭਾਵੇਂ ਅਸਤੀਫਾ ਦੇ ਦਿੰਦੇ ਤੇ ਬਹੁਤ ਜ਼ਿਆਦਾ ਫਾਇਦੇ 'ਚ ਰਹਿੰਦੇ, ਚਲੋ ਨਹੀਂ ਦਿੱਤਾ, ਉਹਨਾਂ ਦੀ ਮਰਜ਼ੀ ਹੈ, ਪਰ ਨਜ਼ਰ ਆਉਣਾ, ਹਰ ਪਲੇਟਫਾਰਮ ਤੋਂ ਨਜ਼ਰ ਆਉਣਾ ਔਰ ਨਜ਼ਰ ਆਉਂਦੇ ਰਹਿਣਾ, ਹਰੇਕ ਪਾਰਟੀ ਨੂੰ ਉਹਦੇ ਐਫਰਟਸ ਹੁੰਦੇ ਆ। ਸੋ ਇਹਦੇ ਤੇ ਗੱਲ ਕਰਾਂਗੇ ਕਿ ਇਸ ਖਾਮੋਸ਼ੀ ਦੇ ਅਰਥ ਕੀ ਆ ਤੇ ਇਸ ਖਾਮੋਸ਼ੀ ਦੀ ਭਿਆਨਕਤਾ ਕੀ ਹੋ ਸਕਦੀ ਆ, ਤੇ ਕੀ ਪੰਜਾਬ ਦੀ ਇੱਕ ਸਭ ਤੋਂ ਸਥਾਪਿਤ ਖੇਤਰੀ ਪਾਰਟੀ, ਲੰਬੇ ਸਮੇਂ ਦੀ ਖੇਤਰੀ ਪਾਰਟੀ ਹੌਲੀ ਹੌਲੀ ਸੀਨ 'ਚੋਂ ਬਾਹਰ ਹੋਣ ਵੱਲ ਵੱਧ ਰਹੀ ਆ। ਇਹ ਤੇ ਕੱਲ ਗੱਲ ਕਰਾਂਗੇ। ਅੱਜ ਲਈ ਇੰਨਾ ਹੀ। ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ।